होए हर थां ते विचर के 9 खंड 4 ਚੱਕ ਸਭ ਪ੍ਰਿਥਵੀ ਤੇ ਪਹੁੰਚ ਕੇ बड़े बड़े प्रेमियां ਨੂੰ ਉਤਾਰਨਾ ਕੀਤਾ ਤੇ ਦੁਸ਼ਟਾਂ ਨੂੰ ਸੁਧਾਰਨਾ ਕੀਤਾ। ਤੇ ਜਦੋਂ 4 ਉਦਾਸੀਆਂ ਸੰਪੂਰਨ ਹੋ ਗਈਆਂ, 4 ਜੋ ਕੂਟਾਂ ਦੀਆਂ ਯਾਤਰਾਵਾਂ ਹਨ, ਤੇ ਫਿਰ ਸਤਿਗੁਰਾਂ ਨੇ ਸੰਸਾਰ ਦੇ ਲੋਕਾਂ ਨੂੰ ਸਿੱਖਿਆ ਦੇਣੀ ਕੀਤੀ। ਕੋਈ ਇਹ ਨਾ ਕਹੇ ਕਿ ਇਹ ਤੇ ਆਪ ਵਿਹਲੇ ਕੋਈ ਕੰਮ ਨਹੀਂ ਕਰਦੇ ਤੇ ਸਾਨੂੰ ਕਹਿੰਦੇ ਨਾਮ ਜਪੋ, ਅਸੀਂ ਗ੍ਰਸਤੀ ਹਾਂ। ਜਿਵੇਂ ਆਮ ਅਸੀਂ ਇਹ ਗੱਲ ਕਹਿ ਦਿੰਦੇ ਹਾਂ, ਸਾਡੇ ਕੋਲ ਕਾਰੋਬਾਰ ਵਿੱਚ ਨਾਮ ਨਹੀਂ ਜਪਿਆ ਜਾਂਦਾ, ਕਿਵੇਂ ਜਪੀਏ? ਤੇ ਸਤਿਗੁਰਾਂ ਨੇ ਆਪ ਗ੍ਰਸਤੀ ਜਿਹੜਾ ਬਾਣਾ ਧਾਰਨ ਕੀਤਾ, ਉਦਾਸੀ ਵਾਲਾ ਭੇਸ ਉਤਾਰ ਦਿੱਤਾ। ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਹੈ। ਤੇ ਜੋ ਕਰਤਾਰਪੁਰ ਦੀ ਧਰਤੀ ਮੰਨੀ ਜਾਂਦੀ ਹੈ, ਇੱਥੇ ਇੱਕ ਕਰੋੜੀਆ ਖੱਤਰੀ ਰਹਿੰਦਾ ਸੀ। ਮਹਾਰਾਜ ਦਾ ਪ੍ਰੇਮ ਉਹਨੇ ਕੀਤਾ। ਪਹਿਲਾਂ ਤਾਂ ਬੜੇ ਹੰਕਾਰ ਵਿੱਚ ਆਇਆ, ਪਰ ਜਦੋਂ ਉਹਨੇ ਸਤਿਗੁਰਾਂ ਦੀ ਅਪਾਰ ਬੇਅੰਤ ਸ਼ਕਤੀ ਦਾ ਪ੍ਰਤਾਵਾ ਵੇਖ ਲਿਆ ਤੇ ਢਹਿ ਕੇ ਚਰਨੀ ਪੈ ਗਿਆ। ਆਪਣੀ ਜ਼ਮੀਨ ਵਿੱਚੋਂ ਜਗ੍ਹਾ ਦੇ ਕੇ ਧਰਮਸ਼ਾਲਾ ਬਣਵਾ ਕੇ ਕਿਹਾ, ਮਹਾਰਾਜ ਇੱਥੇ ਬਿਰਾਜਮਾਨ ਹੋਵੋ ਤੇ ਸੰਗਤਾਂ ਨੂੰ ਧਾਰਨਾ ਕਰੋ। ਗੁਰੂ ਪਿਆਰੀ ਸਾਧ ਸੰਗਤ ਉਸ ਵੇਲੇ ਸੰਗਤਾਂ ਦੇ ਕਹਿਣ 'ਤੇ ਸਤਿਗੁਰਾਂ ਨੇ ਇਹ ਜੋ ਤੁਖਾਰੀ ਰਾਗ ਵਾਲਾ ਜਿਹੜਾ 12 ਮਾਹਾ ਹੈ, ਤੁਖਾਰੀ ਰਾਗ ਦੇ ਵਿੱਚ ਉਚਾਰਨ ਕੀਤਾ। ਉਸ ਵੇਲੇ ਸੰਗਤਾਂ 'ਤੇ ਰਹਿਮਤ ਕਰਕੇ ਇਹ ਬਾਣੀ ਦੀ ਰਚਨਾ ਕੀਤੀ ਹੈ। ਤੇ ਸਤਿਗੁਰਾਂ ਨੇ ਜਦੋਂ ਇਹ ਬਾਣੀ ਦੀ ਰਚਨਾ ਕਰਨੀ ਚਾਹੀ ਤਾਂ ਸਿੱਖਾਂ ਨੇ ਕਿਹਾ, ਮਹਾਰਾਜ ਆਪ ਧੰਨ ਹੋ। ਅਸੀਂ ਜਦੋਂ ਹੋਰ ਕੁਝ ਪੰਡਤਾਂ ਕੋਲ ਜਾ ਕੇ ਸੁਣਦੇ ਹਾਂ ਤੇ ਸੰਸਕ੍ਰਿਤ ਵਿੱਚ ਉਹ ਗ੍ਰੰਥ, ਉਹ ਬੋਲੀ ਹੋਣ ਕਰਕੇ ਸਾਨੂੰ ਸਮਝ ਨਹੀਂ ਆਉਂਦੀ। ਜਾਂਦੇ ਜ਼ਰੂਰ ਹਾਂ, ਕੋਈ ਪਤਾ ਨਹੀਂ ਲੱਗਦਾ ਭਾਵ ਅਰਥ ਦਾ। ਆਪ ਕਿਰਪਾ ਕਰਕੇ ਸੌਖੀ ਬੋਲੀ ਦੇ ਵਿੱਚ ਬਾਣੀ ਦੀ ਰਚਨਾ ਕਰੋ। ਸੋ ਗੁਰੂ ਪਿਆਰੀ ਸਾਧ ਸੰਗਤ ਜਦੋਂ ਸਤਿਗੁਰੂ ਰਹਿਮਤ ਕਰਨ ਲੱਗੇ ਤਾਂ ਇੱਕ ਪ੍ਰੇਮੀ ਨੇ ਕਿਹਾ, ਮਹਾਰਾਜ ਇਹ ਸੰਸਾਰ ਦੇ ਵਿੱਚ ਕੋਈ ਦੁੱਖ ਭੋਗ ਰਿਹਾ ਹੈ, ਕੋਈ ਸੁੱਖ ਭੋਗ ਰਿਹਾ ਹੈ, ਇਹ ਪਰਮੇਸ਼ਰ 'ਤੇ ਦੋਸ਼ ਆਉਂਦਾ ਹੈ? ਇਹ ਪਰਮੇਸ਼ਰ ਨੇ ਸਭ ਕੁਝ ਬਣਾਇਆ ਹੈ ਜਾਂ ਇਹ ਬੰਦੇ ਦਾ ਦੋਸ਼ ਹੈ? ਗੁਰੂ ਕੀ ਸਾਧ ਸੰਗਤ ਸਤਿਗੁਰਾਂ ਨੇ ਉਹਦੀ ਸ਼ੰਕਾ ਨਿਵਰਤ ਕਰਨ ਵਾਸਤੇ ਤੇ ਸਾਨੂੰ ਸੰਸਾਰ ਦੇ ਜੀਆਂ ਨੂੰ ਸਿੱਖਿਆ ਦੇਣ ਵਾਸਤੇ ਇਹ ਸ਼ਬਦ ਦੀ, ਇਹ ਬਾਣੀ ਦੀ ਆਰੰਭਤਾ ਕੀਤੀ। ਸਤਿਗੁਰੂ ਜੀ ਕਹਿਣ ਲੱਗੇ, ਤੂੰ ਸੁਣ ਕਿਰਤ ਕਰਮਾ। ਸਤਿਗੁਰੂ ਜੀ ਕਹਿਣ ਲੱਗੇ, ਹੇ ਪਰਮੇਸ਼ਰ ਦੇ ਪਿਆਰੇ, ਜਿਹੋ ਜਿਹੇ ਤੂੰ ਕਿਰਤ ਕਰਮ ਕੀਤੇ ਹਨ, ਜਿਵੇਂ 12 ਮਾਹ ਮਾਝ ਦੇ ਵਿੱਚ ਆਉਂਦਾ ਕਿਰਤ ਕਰਮ ਕੇ ਵਿਛੜੇ, ਉਸੇ ਪ੍ਰਕਾਰ ਸਤਿਗੁਰਾਂ ਨੇ ਇੱਥੇ ਕਿਹਾ, ਹੇ ਜੀਵ, ਤੂੰ ਆਪਣੇ ਕੀਤੇ ਕਰਮਾਂ ਕਿਰਤ ਅਨੁਸਾਰ ਦੁੱਖ ਸਹਾਮਾ, ਆਪਣੇ ਸਿਰ 'ਤੇ ਦੁੱਖ ਸੁੱਖ ਸਹਾਰ ਰਿਹਾ ਹੈ। ਕਿਸੇ ਨੂੰ ਦੋਸ਼ ਨਾ ਦੇ, ਦੱਦਾ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਾ। ਇੱਥੋਂ ਆਰੰਭ ਕਰਕੇ ਮੰਗਲਾ ਚਰਨ ਦੀਆਂ ਪੌੜੀਆਂ ਕੁਝ ਉਚਾਰਨ ਕਰਕੇ ਫਿਰ ਸਤਿਗੁਰਾਂ ਨੇ ਚੇਤ ਦੇ ਮਹੀਨੇ ਤੋਂ ਇਹ ਬਾਣੀ ਦੀ ਆਰੰਭਤਾ ਕੀਤੀ। ਜਦੋਂ ਸਾਲ ਆਰੰਭ ਚੇਤ ਤੋਂ ਹੁੰਦਾ ਹੈ ਗੁਰਸਿੱਖਾਂ ਦਾ, ਗੁਰਮਤਿ ਅਨੁਸਾਰ। ਗੁਰੂ ਪਿਆਰੀ ਸਾਧ ਸੰਗਤ ਆਮ ਕਰਕੇ ਸਾਡੀ ਵਰਤੋਂ ਦੇ ਵਿੱਚ ਜ਼ਿਆਦਾ ਅਸੀਂ ਅੰਗਰੇਜ਼ੀ ਸੰਮਤ ਨੂੰ, ਸੰਨ ਨੂੰ, ਈਸਵੀ ਸੰਨ ਨੂੰ ਵਰਤਦੇ ਹਾਂ, ਪਰ ਆਪਣੀ ਸੰਮਤ ਜਿਹੜੀ ਹੈ ਇਹਨੂੰ ਆਮ ਸਮਝ ਲੈਂਦੇ ਹਾਂ ਕਿ ਇਹਦੀ ਕੋਈ ਲੋੜ ਨਹੀਂ। ਸਿਆਣਿਆਂ ਦਾ ਕਥਨ ਹੈ, ਊੜਾ ਤੇ ਜੂੜਾ ਭਾਵ ਗੁਰਮੁਖੀ ਤੇ ਗੁਰਸਿੱਖੀ, ਇਹ ਗੁਰੂ ਕੇ ਸਿੱਖ ਦੇ 2 ਵੱਡੇ ਅੰਗ ਹਨ। ਜਿੰਨਾ ਚਿਰ ਇਹਨਾਂ ਦੇ ਨਾਲ ਪ੍ਰੇਮ ਰੱਖਿਆ, ਸਿੱਖੀ ਦਾ ਵਾਧਾ ਰਹਿੰਦਾ ਹੈ। ਜਦੋਂ ਅਸੀਂ ਇਹਨਾਂ ਨੂੰ ਤਲਾਂਜਲੀ ਦੇ ਜਾਂਦੇ ਹਾਂ ਤੇ ਸਿੱਖੀ ਤੋਂ, ਗੁਰਸਿੱਖੀ ਤੋਂ, ਗੁਰਮੁਖੀ ਤੋਂ ਵਾਂਝੇ ਹੋ ਜਾਂਦੇ ਹਾਂ। ਪਰ ਯਾਦ ਰੱਖੀਏ, ਜੋ ਸਿਆਣਿਆਂ ਦਾ ਕਥਨ ਹੈ ਕਿ ਜਿਹੜੀ ਗੁਰਬਾਣੀ ਸ਼ੁੱਧ ਉਚਾਰਨੀ ਜਾਂ ਸੁਣਨੀ ਹੈ, ਜਿੰਨਾ ਚਿਰ ਗੁਰਮੁਖੀ ਦੇ ਵਿੱਚ ਨਾ ਉਹ ਪੜ੍ਹੀ ਸੁਣੀ ਜਾਵੇ, ਉਹਦਾ ਪੂਰਾ ਜਿਹੜਾ ਪ੍ਰਭਾਵ ਬਣਦਾ ਨਹੀਂ। ਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਕਰਕੇ ਗੁਰੂ ਕੀ ਸਾਧ ਸੰਗਤ ਸਤਿਗੁਰਾਂ ਨੇ ਇਹ ਚੇਤ ਤੋਂ ਮਹੀਨਾ ਆਰੰਭ ਕੀਤਾ ਹੈ। ਹੋਰ ਵੀ ਗੁਰੂ ਕੇ ਪਿਆਰਿਆਂ ਜੋ ਵੀ ਕਿਤੇ ਰਚਨਾ ਰਚੀਆਂ ਹਨ, ਭਾਈ ਗੁਰਦਾਸ ਜੀ ਹੋਰ ਪਰਮੇਸ਼ਰ ਦੇ ਪਿਆਰਿਆਂ, ਇਸੇ ਮਹੀਨੇ ਤੋਂ ਆਰੰਭਤਾ ਕੀਤੀ ਹੈ। ਤੇ ਸਤਿਗੁਰਾਂ ਨੇ ਚੇਤ ਦੇ ਵਿੱਚ ਜੇ ਪਤੀ ਵਰਤਾ ਇਸਤਰੀ ਆਪਣੇ ਪਤੀ ਦੇ ਵਿਜੋਗ ਵਿੱਚ ਉਹਨੂੰ ਯਾਦ ਕਰਦੀ ਹੈ ਕਿ ਹੇ ਪਤੀ ਪਰਮੇਸ਼ਰ ਜੀਓ, ਚੇਤ ਦਾ ਮਹੀਨਾ ਆ ਗਿਆ ਹੈ, ਬਸੰਤ ਰੁੱਤ ਆਈ ਹੋਈ ਹੈ ਤੇ ਬਾਗਾਂ ਦੇ ਵਿੱਚ ਫੁੱਲ ਖਿੜੇ ਹੋਏ ਹਨ ਤੇ ਮਹਿਕ ਆ ਰਹੀ ਹੈ, ਭੌਰੇ ਗੂੰਜਦੇ ਹਨ। ਤੇ ਆਪ ਵੀ ਘਰ ਦੇ ਵਿੱਚ ਆਓ, ਖੁਸ਼ੀਆਂ ਖੇੜੇ ਆਉਣ,
ਤੁਹਾਡੇ ਤੋਂ ਬਿਨਾਂ ਘਰ ਜਿਹੜਾ ਉਜਾੜ ਲੱਗ ਰਿਹਾ ਹੈ। ਇਸ ਪ੍ਰਕਾਰ ਸਾਰਾ ਚੇਤ ਦੇ ਮਹੀਨੇ ਦਾ ਹਵਾਲਾ ਦੱਸ ਕੇ ਤੇ ਅੱਗੇ ਸਤਿਗੁਰਾਂ ਨੇ ਜੋ ਅੱਜ ਦਾ ਮਹੀਨਾ ਆਰੰਭ ਹੋਇਆ ਹੈ ਇਹਦੇ ਕਈ ਸੰਬੰਧ ਜੁੜਦੇ ਹਨ। ਗੁਰੂ ਕੀ ਪਿਆਰੀ ਸਾਧ ਸੰਗਤ ਖਾਸ ਕਰਕੇ ਦੋ ਤਰ੍ਹਾਂ ਕਰਕੇ ਦਿਹਾੜਾ ਜਿਹੜਾ ਹੈ ਗੁਰੂ ਕੇ ਸਿੱਖ ਮਨਾਉਂਦੇ ਹਨ। ਇੱਕ ਤੇ 12 ਮਹੀਨਿਆਂ ਦੇ ਵਿੱਚੋਂ ਇਹ ਦੂਜਾ ਮਹੀਨਾ ਵਿਸਾਖ ਦਾ ਹੈ ਜੋ ਅੱਜ ਪ੍ਰਵੇਸ਼ ਹੋਇਆ। ਸਤਿਗੁਰੂ ਰਹਿਮਤ ਕਰਨ, ਪਿਛਲੀਆਂ ਭੁੱਲਾਂ ਚੁੱਕਾਂ ਬਖਸ਼ਣ। ਇਹ ਮਹੀਨਾ ਤੇ ਆਉਣ ਵਾਲਾ ਸਮਾਂ ਸਭ ਦਾ ਸੁੱਖ ਸ਼ਾਂਤੀ ਦੇ ਨਾਲ ਬੀਤੇ, ਗੁਰੂ ਕੇ ਚਰਨਾਂ ਦੇ ਨਾਲ ਪ੍ਰੇਮ ਬਣਿਆ ਰਹੇ। ਸੋ ਗੁਰੂ ਪਿਆਰੀ ਸਾਧ ਸੰਗਤ ਜਿਹੜਾ ਅੱਜ ਦਾ ਮਹੀਨਾ ਹੈ ਇਹਦੇ ਨਾਲ ਇਤਿਹਾਸਕ ਸੰਬੰਧ ਜਿਹੜਾ ਸਭ ਤੋਂ ਵੱਡਾ ਹੈ ਗੁਰੂ ਕੇ ਖਾਲਸੇ ਦਾ, ਕਿਉਂਕਿ ਜਦੋਂ ਜਨਮ ਹੁੰਦਾ ਹੈ ਜ਼ਿੰਦਗੀ ਦੀ ਸ਼ੁਰੂਆਤ ਉਸੇ ਦਿਨ ਤੋਂ ਹੁੰਦੀ ਹੈ। ਸਤਿਗੁਰ ਕੇ ਜਨਮੇ ਗਵਨ ਮਟਾਇਆ, ਅਨਹਤ ਰਾਤੇ ਇਹ ਮਨ ਲਾਇਆ। ਸੋ ਗੁਰੂ ਕੇ ਘਰ ਜਦੋਂ ਗੁਰੂ ਕਾ ਸਿੱਖ ਆਉਂਦਾ ਹੈ, ਗੁਰਸਿੱਖੀ ਨੂੰ ਧਾਰਨ ਕਰਦਾ ਹੈ ਤੇ ਗੁਰੂ ਜੀ ਸਮਝਦੇ ਅੱਜ ਮੇਰੇ ਘਰ ਵਿੱਚ ਸਿੱਖ ਦਾ ਜਨਮ ਹੋਇਆ ਹੈ। ਗੁਰੂ ਨਾਨਕ ਪਾਤਸ਼ਾਹ ਜੀ ਇੱਕ ਜਗ੍ਹਾ 'ਤੇ ਗਏ ਸੰਗਤਾਂ ਨੂੰ ਉਤਾਰਦੇ ਤੇ ਉੱਥੇ ਵੇਖਿਆ ਕਿ ਸ਼ਮਸ਼ਾਨ ਭੂਮੀ ਜਿਹੜੀ ਹੈ ਇਹ ਮੁਸਲਮਾਨ ਕਬਰਸਤਾਨ ਕਹਿੰਦੇ ਹਨ, ਜਿੱਥੇ ਉਹਦੇ ਵਿੱਚ ਜੀਵਾਂ ਨੂੰ ਅੰਤ ਵੇਲੇ ਜੋ ਅੰਤਮ ਉਹਨਾਂ ਦੀ ਰਸਮ ਕੀਤੀ ਜਾਂਦੀ ਹੈ, ਦੱਬਿਆ ਜਾਂਦਾ ਹੈ। ਪਰ ਉੱਥੇ ਇੱਕ ਹੈਰਾਨੀਜਨਕ ਗੱਲ ਵੇਖੀ, ਕਿਸੇ ਦੀ ਉਮਰ 10 ਸਾਲ, ਕਿਸੇ ਦੀ 5, ਕਿਸੇ ਦੀ 2, ਕਿਸੇ ਦੀ 20 ਸਾਲ ਲਿਖੀ ਹੈ। ਬਹੁਤ ਥੋੜ੍ਹੀ ਉਮਰ ਇਸ ਤਰ੍ਹਾਂ ਕਰਕੇ ਲਿਖੀ ਹੈ। ਤੇ ਜਦੋਂ ਇਹ ਪਤਾ ਲੱਗਾ ਤੇ ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਨਾਲ ਸਨ। ਅੱਜ ਦਾ ਸਮਾਂ ਐਸਾ ਹੈ, ਸਾਨੂੰ ਪ੍ਰਚਾਰਕ ਭਾਈ ਮਰਦਾਨਾ ਜੀ ਦਾ ਨਾਂ ਦੱਸਦੇ ਹਨ ਤੇ ਭਾਈ ਬਾਲਾ ਜੀ ਦਾ ਨਾਂ ਅਲੋਪ ਕਰੀ ਜਾਂਦੇ ਹਨ, ਜੋ ਕਿ ਖਾਸ ਉਹਨਾਂ ਦਾ ਯੋਗਦਾਨ ਹੈ ਗੁਰੂ ਘਰ ਦੇ ਵਿੱਚ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਇਹ ਦੋਵੇਂ ਸਤਿਗੁਰਾਂ ਦੇ ਪ੍ਰੇਮੀ ਨਾਲ ਹਨ। ਤੇ ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਕੀ ਇੱਥੇ ਦੇ ਲੋਕਾਂ ਦੀ ਇੰਨੀ ਉਮਰ ਹੀ ਹੁੰਦੀ ਹੈ? ਤੇ ਸਤਿਗੁਰੂ ਅੰਤਰਜਾਮੀ ਤੇ ਜਾਣਦੇ ਹਨ, ਪਰ ਉਹਨਾਂ ਦੀ ਤਸੱਲੀ ਕਰਾਉਣ ਵਾਸਤੇ, ਸੰਗਤਾਂ ਨੂੰ ਸਿੱਖਿਆ ਦੇਣ ਵਾਸਤੇ ਸਤਿਗੁਰਾਂ ਨੇ ਉੱਥੋਂ ਦੇ ਇੱਕ ਪ੍ਰੇਮੀ ਨੂੰ ਪੁੱਛਿਆ, ਭਾਈ ਇੰਨੀ ਉਮਰ ਕਿਉਂ ਲਿਖੀ ਹੈ ਇੱਥੇ ਲੋਕਾਂ ਦੀ? ਉਹ ਇਸਲਾਮ ਦਾ ਜਿਹੜਾ ਆਦਮੀ ਸੀ, ਮੁਸਲਮਾਨ ਮੱਤ ਨੂੰ ਮੰਨਣ ਵਾਲਾ, ਕਹਿਣ ਲੱਗਾ, ਪੀਰ ਜੀ ਇਹ ਸਾਡੇ ਇੱਕ ਇਹ ਐਸੀ ਰਸਮ ਹੈ ਕਿ ਜਦੋਂ ਕੋਈ ਆਪਣੇ ਦੀਨ ਧਰਮ ਨੂੰ ਮੰਨਦਾ ਹੈ, ਇਸਲਾਮ ਧਰਮ ਨੂੰ ਧਾਰਨ ਕਰਦਾ ਹੈ ਤੇ ਉਸ ਦਿਨ ਤੋਂ ਜਦੋਂ ਖੁਦਾ ਦੇ ਚਰਨਾਂ ਨਾਲ ਜੁੜਨਾ ਕਰਦਾ ਹੈ, ਉਸ ਦਿਨ ਤੋਂ ਉਹਦੀ ਉਮਰ ਮੰਨੀ ਜਾਂਦੀ ਕਿ ਅੱਜ ਤੋਂ ਉਮਰ ਸ਼ੁਰੂ ਹੋਈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਉਹ ਕਹਿੰਦੇ ਜਿੰਨਾ ਚਿਰ ਜੀਵ ਪਰਮੇਸ਼ਰ ਦੇ ਨਾਲ ਜੁੜਦਾ ਨਹੀਂ, ਉਮਰ ਵਿਅਰਥ ਹੈ। ਇਸ ਕਰਕੇ ਲੇਖ ਵਿੱਚ ਉਹ ਉਮਰ ਆਉਂਦੀ ਹੈ ਜਦੋਂ ਗੁਰੂ ਘਰ ਦੇ ਨਾਲ ਜੁੜਿਆ ਜਾਵੇ। ਸੋ ਗੁਰੂ ਪਿਆਰੀ ਸਾਧ ਸੰਗਤ ਇਸ ਪ੍ਰਕਾਰ ਸਤਿਗੁਰਾਂ ਨੇ ਇਹ ਜੋ ਰਹਿਮਤ ਕੀਤੀ ਹੈ ਅੱਜ ਦੇ ਦਿਨ, ਗੁਰੂ ਪਿਆਰੀ ਸਾਧ ਸੰਗਤ ਪਹਿਲਾਂ ਇਸ ਦੇ ਨਾਲ ਜੁੜਨਾ ਕਰੀਏ ਤੇ ਸਤਿਗੁਰੂ ਰਹਿਮਤ ਕਰਨ। ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵੈਸਾਖ ਭਲਾ ਸਾਖਾ ਵੇਸ ਕਰੇ। ਗੁਰੂ ਪਿਆਰੀ ਸਾਧ ਸੰਗਤ, ਸਤਿਗੁਰਾਂ ਨੇ ਰਹਿਮਤ ਕੀਤੀ ਹੈ ਕਿ ਭਾਈ ਵੈਸਾਖ ਦੇ ਕਈ ਭਾਸ਼ਾ ਅਨੁਸਾਰ ਵੱਖ-ਵੱਖ ਅਰਥ ਬਣਦੇ ਹਨ, ਪਰ ਖਾਸ ਕਰਕੇ ਜਿਹੜਾ ਇਹਦਾ ਇੱਕ ਵੱਡਾ ਅਰਥ ਇਹ ਬਣਦਾ ਹੈ ਕਿ ਖਾਸ ਕਰਕੇ ਜਦੋਂ ਸ਼ਾਖਾਂ ਫੁੱਟਦੀਆਂ ਹਨ, ਜਿਵੇਂ ਬਸੰਤ ਰੁੱਤ ਦਾ ਪਹਿਲਾਂ ਜ਼ਿਕਰ ਕੀਤਾ ਸਤਿਗੁਰਾਂ ਚੇਤ ਦੇ ਮਹੀਨੇ ਦੇ ਵਿੱਚ, ਤੇ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਇਹ ਜਿਹੜੀ ਜਦੋਂ ਬਸੰਤ ਰੁੱਤ ਆਉਂਦੀ ਹੈ ਤੇ ਬਗੀਚਿਆਂ ਦੇ ਵਿੱਚ ਬੂਟੇ ਹਰੇ ਭਰੇ ਹੋਏ ਹੁੰਦੇ ਹਨ ਤੇ ਪੱਤੇ ਹਰਿਆਲੀ ਦੇ ਨਾਲ ਜੋ ਚਮਕਦੇ ਹਨ, ਫੁੱਲ ਲੱਗਦੇ ਹਨ, ਫਿਰ ਫਲ ਦੀ ਆਸ ਹੁੰਦੀ ਹੈ। ਇਸ ਕਰਕੇ ਸੁਹਾਵਣਾ ਵਾਤਾਵਰਣ ਬਣ ਜਾਂਦਾ ਹੈ ਤੇ ਫਿਰ ਸ਼ਾਖਾਂ ਜਿਹੜੀਆਂ ਫੁੱਟੀਆਂ ਨਵੀਆਂ ਕੋਮਲਾਂ ਉਹ ਵਧਣ ਲੱਗਦੀਆਂ ਹਨ। ਇਸੇ ਪ੍ਰਕਾਰ ਗੁਰਮਤਿ ਦੇ ਰਸਤੇ ਵਿੱਚ ਜਦੋਂ ਗੁਰੂ ਕਾ ਪਿਆਰਾ ਵੇਦਾਂ ਗ੍ਰੰਥਾਂ ਦੀ ਵਿਚਾਰ ਕਰਦਾ ਹੈ, ਗੁਰੂ ਕੀ ਬਾਣੀ ਨੂੰ ਪੜ੍ਹਦਾ ਹੈ। ਹੁਣ ਕਈਆਂ ਦੇ ਮਨ ਵਿੱਚ ਹੋਵੇਗਾ ਕਿ ਵੇਦ ਗ੍ਰੰਥ ਵਿਚਾਰਨ ਦੀ ਕੀ ਲੋੜ ਹੈ। ਗੁਰੂ ਪਿਆਰੀ ਸਾਧ ਸੰਗਤ, ਇਹ ਜ਼ਰੂਰੀ ਹੈ ਕਿ ਗੁਰਬਾਣੀ ਸਭ ਤੋਂ ਉੱਪਰ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਏ। ਇਸ ਬਾਣੀ ਦੇ ਬਰਾਬਰ ਕੋਈ ਚੀਜ਼ ਨਹੀਂ, ਕਿਉਂਕਿ ਸਾਰੇ ਧਰਮਾਂ ਦੀ ਸਾਂਝੀ ਤੇ ਸਭ ਤੋਂ ਨਿਆਰੀ ਇਹ ਜਿਹੜੀ ਸ਼ਕਤੀ ਸਤਿਗੁਰਾਂ ਬਖਸ਼ਿਸ਼ ਕੀਤੀ ਹੈ। ਪਰ ਦੂਜੇ ਧਰਮਾਂ ਦੀ ਵੀ ਜਾਣਕਾਰੀ ਹੋਵੇ
ਤੇ ਅਸਲ ਤੇ ਨਕਲ ਦਾ ਤਾਂ ਪਤਾ ਲੱਗਦਾ ਹੈ ਕਿ ਸਿੱਖ ਧਰਮ ਦੀ ਵਿਸ਼ੇਸ਼ਤਾਈ ਕੀ ਹੈ ਤੇ ਦੂਜਿਆਂ ਦੀ ਮਰਜ਼ਾਦਾ ਕੀ ਹੈ ਤੇ ਸਤਿਗੁਰਾਂ ਨੇ ਇਹ ਧਰਮ ਕਿਉਂ ਚਲਾਉਣਾ ਕੀਤਾ। ਇਸ ਕਰਕੇ ਵਿਦਵਾਨ ਜਿਹੜੇ ਹਨ ਇਸਲਾਮ ਧਰਮ ਦੇ ਗ੍ਰੰਥ, ਈਸਾਈ ਧਰਮ ਦੇ ਗ੍ਰੰਥ, ਹਿੰਦੂ ਧਰਮ ਦੇ ਗ੍ਰੰਥ ਆਦਿਕ ਸਭ ਨੂੰ ਵਿਚਾਰਦੇ ਹਨ ਗੁਰੂ ਕੇ ਪਿਆਰੇ, ਪਰ ਜਿਹੜਾ ਮੁੱਖ ਧਰਮ ਹੈ ਆਪਣਾ ਉਹਦਾ ਸਤਿਕਾਰ ਕਰਦੇ ਹਨ ਤੇ ਉਹਦੇ ਅਨੁਸਾਰ ਗੁਰੂ ਕੀ ਸਾਧ ਸੰਗਤ ਸਤਿਗੁਰਾਂ ਇਹ ਬਚਨ ਕੀਤਾ ਹੈ ਕਿ ਭਾਈ ਜਿਵੇਂ ਸਾਖਾਂ ਨਿਕਲਦੀਆਂ ਹਨ, ਟਾਹਣੀਆਂ ਵੱਧਦੀਆਂ ਹਨ, ਅੱਗੇ ਦਰਖਤਾਂ ਦਾ, ਬੂਟਿਆਂ ਦਾ, ਫਲਾਂ ਫੁੱਲਾਂ ਦਾ ਵਿਕਾਸ ਹੁੰਦਾ ਹੈ। ਗੁਰੂ ਪਿਆਰੀ ਸਾਧ ਸੰਗਤ ਇਸੇ ਪ੍ਰਕਾਰ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਥੇ ਚਾਰਨਾ ਕੀਤਾ ਹੈ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਸਮਾਂ ਆਇਆ 10ਵੇਂ ਜਾਮੇ ਦੇ ਵਿੱਚ, ਕਿਉਂਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਡੇਰਾ ਬਾਬਾ ਨਾਨਕ ਵਾਲੀ ਜਗ੍ਹਾ 'ਤੇ ਹਨ, ਅਜਿੱਤੇ ਰੰਧਾਵੇ ਦੇ ਨਾਲ ਬੜੇ ਬਚਨ ਕੀਤੇ ਸਤਿਗੁਰਾਂ ਆਉਣ ਵਾਲੇ ਸਮੇਂ ਬਾਰੇ। ਤੇ ਉਸ ਵੇਲੇ ਜਦੋਂ ਜ਼ਿਕਰ ਚੱਲਿਆ ਹੈ ਹੋਰ ਵੀ 2 ਸਾਖੀਆਂ ਜਿਹੜੀਆਂ ਹਨ, ਜਗਾਵਲੀ ਤੇ ਇੱਕ ਜਿਹੜੀ ਸਾਖੀ ਹੈ ਮਦੀਨੇ ਵਾਲੀ, ਇਹਨਾਂ 3 ਸਾਖੀਆਂ ਤੋਂ ਬੜਾ ਵੱਡਾ ਖਜ਼ਾਨਾ ਪ੍ਰਾਪਤ ਹੁੰਦਾ ਹੈ। ਇਸ ਪ੍ਰਕਾਰ ਸਤਿਗੁਰਾਂ ਨੇ ਉੱਥੇ ਬਚਨ ਕੀਤਾ, ਜਿੱਤੇ ਰੰਧਾਵੇ ਦੇ ਨਾਲ ਜਿਵੇਂ ਬਚਨ ਕੀਤੇ ਹਨ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਜਦੋਂ ਪੁਰਾਣੇ ਸਮੇਂ ਦੇ ਵਿੱਚ ਕੋਈ ਪਰਮੇਸ਼ਰ ਦੇ ਪਿਆਰੇ ਸਾਂਗ ਵਰਤਦੇ ਸਨ, ਆਪਣੇ ਸੇਵਕਾਂ ਦੀ ਪਰਖ ਕਰਦੇ ਸਨ ਤੇ ਕੋਈ ਨਾ ਕੋਈ ਕੌਤਕ ਕਰਕੇ ਉਹਨਾਂ ਦੀ ਪ੍ਰੀਖਿਆ ਕੀਤੀ ਜਾਂਦੀ ਸੀ ਤੇ ਉਸ ਵੇਲੇ ਜੱਗ ਹਵਨ ਕੀਤਾ ਜਾਂਦਾ ਸੀ ਤੇ ਕੋਈ ਜੱਗ ਕਰਕੇ ਕਿਸੇ ਨਾ ਕਿਸੇ ਜੀਵ ਦੀ ਬਲੀ ਦਿੰਦਾ ਸੀ ਤੇ ਬਲੀ ਦੇ ਵਿੱਚ ਉਹਦਾ ਜਿਹੜਾ ਹੈ ਮਾਸ ਰਿੰਨ੍ਹਿਆ ਜਾਂਦਾ ਸੀ ਤੇ ਚਰਬੀ ਦਾ ਹਵਨ ਕਰਕੇ ਤੇ ਵੇਦਾਂ ਦੇ ਮੰਤਰ ਪੜ੍ਹੇ ਜਾਂਦੇ ਸਨ, ਬਾਣੀ ਪੜ੍ਹੀ ਜਾਂਦੀ ਸੀ ਉਸ ਵੇਲੇ ਜਿਹੜਾ ਪ੍ਰਚਲਿਤ ਸੀ। ਤੇ ਫਿਰ ਉਹ ਜੱਗ ਕਰਕੇ ਤੇ ਜਦੋਂ ਪਰਖ ਕੀਤੀ ਜਾਂਦੀ ਸੀ ਤੇ ਉਸ ਬਲੀ ਦਿੱਤੇ ਹੋਏ ਜੀਵ ਨੂੰ ਫਿਰ ਸਰਾਜੀਤ ਕਰ ਦਿੱਤਾ ਜਾਂਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਜਦੋਂ ਕੋਈ ਐਸਾ ਸਵਾਲ ਕਰ ਦੇਵੇ, ਇਹਨੂੰ ਜਵਾਲ ਕੇ ਵਿਖਾਓ, ਅਸਲ ਖਾਣ ਦਾ ਹੱਕ ਉਹਨੂੰ ਹੈ ਇਹਨਾਂ ਜੀਵਾਂ ਨੂੰ ਜਿਹਨੂੰ ਜੀਂਦਾ ਵੀ ਕਰ ਸਕੇ। ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਸਤਿਗੁਰੂ ਜੀ ਕਹਿਣ ਲੱਗੇ, ਭਾਈ ਪੁਰਾਣੇ ਸਮੇਂ ਦੇ ਵਿੱਚ ਇਸ ਤਰ੍ਹਾਂ ਸੰਤ ਮਹਾਂਪੁਰਸ਼ ਪਰਖ ਕਰਦੇ ਰਹੇ ਸੇਵਕਾਂ ਦੀ। ਸਮਾਂ ਆਇਆ ਤੇ ਇਸ ਵੇਲੇ ਭਾਈ ਲਹਿਣਾ ਜੀ ਇੱਕ ਜਿਹੜੇ ਹਨ ਉਹ ਪਾਸ ਹੋਏ ਹਨ, ਕਿਉਂਕਿ ਸਾਰੀ ਦੁਨੀਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਵਿੱਤਰ ਕੀਤੀ ਹੈ। ਜਾ ਕੇ ਹਰ ਥਾਂ 'ਤੇ ਜਿੱਥੇ ਕੋਈ ਪ੍ਰੇਮੀ ਯਾਦ ਕਰਦਾ ਜਾਂ ਕੋਈ ਆਪਣੇ ਜੀਵਨ ਤੋਂ ਭੁੱਲਾ ਹੋਇਆ ਸੀ, ਉੱਥੇ ਖਾਸ ਕਰਕੇ ਮਹਾਰਾਜ ਨੇ ਪਹੁੰਚਣਾ ਕੀਤਾ ਹੈ। ਤੇ ਗੁਰੂ ਪਿਆਰੀ ਸਾਧ ਸੰਗਤ ਜਦੋਂ ਪਰਖ ਕੀਤੀ ਹੈ ਤੇ ਕਿੰਨੇ ਦੁਨੀਆ 'ਤੇ ਪ੍ਰੇਮੀ ਮਹਾਰਾਜ ਦੇ ਕਿੰਨੇ ਪਿਆਰੇ ਸਨ। ਬਾਬਾ ਬੁੱਢਾ ਜੀ ਬਹੁਤ ਮਹਾਨ ਹਸਤੀ, ਵੱਡੀ ਸ਼ਕਤੀ ਹੈ, ਪਰ ਜਿਹੜੀ ਲੈਣੇ ਦੀ ਪਰਖ ਕੀਤਿਆਂ ਉਹਦੇ ਕੋਲ ਸ਼ਕਤੀ ਆਈ ਹੈ ਉਹ ਉਹਨਾਂ ਦੇ ਹੀ ਹਿੱਸੇ ਆਈ ਹੈ। ਇਸ ਕਰਕੇ ਬਾਬਾ ਬੁੱਢਾ ਜੀ ਵੀ ਘੱਟ ਨਹੀਂ, ਉਹਨਾਂ ਦੇ ਕੋਲ ਬੜੀ ਸ਼ਕਤੀ, ਬੜੀ ਗੁਰੂ ਘਰ ਦੀ ਉਹਨਾਂ ਹੋਰ ਸੇਵਾ ਕਰਨੀ ਸੀ। ਇਸ ਕਰਕੇ ਸਤਿਗੁਰੂ ਜਾਣ ਹੀ ਜਾਣ ਸਨ, ਐਸੀ ਵਿਧ ਬਣੀ ਹੈ। ਭਾਈ ਲਹਿਣਾ ਜੀ ਹਰ ਪਰਖ ਵਿੱਚ ਪਾਸ ਹੋਏ ਤੇ ਗੁਰੂ ਨਾਨਕ ਪਾਤਸ਼ਾਹ ਜੀ ਉਸ ਵੇਲੇ ਬਚਨ ਕੀਤਾ, ਭਾਈ ਹੁਣ ਇੱਕ ਪਾਸ ਹੋਇਆ ਹੈ, ਇਸੇ ਤਰ੍ਹਾਂ ਸਿੱਖੀ ਦਾ ਵਿਕਾਸ ਹੋਵੇਗਾ, 10ਵਾਂ ਜਾਮਾ ਆਵੇਗਾ ਤੇ ਉਸ ਵੇਲੇ 5 ਦੀ ਪਰਖ ਕਰਕੇ ਅੱਗੇ ਨਵਾਂ ਧਰਮ ਚਾਰਨ ਚਲਾਇਆ ਜਾਵੇਗਾ। ਚਾਰਨ ਕਰੋ ਸ੍ਰੀ ਵਾਹਿਗੁਰੂ। ਸਤਿਗੁਰੂ ਜੀ ਕਹਿੰਦੇ ਫਿਰ ਨਵਾਂ ਪੰਥ ਸਾਜਿਆ ਜਾਵੇਗਾ। ਇਸੇ ਪ੍ਰਥਾਏ ਗੁਰੂ ਪਿਆਰੀ ਸਾਧ ਸੰਗਤ ਆਪ ਜਾਣਦੇ ਹੋ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਜੋ ਕੀਰਤਪੁਰ ਸਾਹਿਬ ਵਾਲਾ ਰਸਤਾ ਹੈ, ਉਸ ਰਸਤੇ ਨੂੰ ਜਾਂਦਿਆਂ ਅਨੰਦਪੁਰ ਸਾਹਿਬ ਤੋਂ ਬਾਹਰ ਜਦੋਂ ਥੋੜ੍ਹਾ ਨਿਕਲੀਏ ਅੱਗੇ ਇੱਕ ਕਾਲਜ ਆਉਂਦਾ ਹੈ ਤੇ ਉਹਦੇ ਲਾਗੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਥਾਨ ਹੈ, ਉਹਨੂੰ ਭਗਤਸਰ ਕਿਹਾ ਜਾਂਦਾ ਹੈ। ਉਸ ਜਗ੍ਹਾ 'ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਸਿੱਖਾਂ ਸਮੇਤ ਰੁਕੇ ਹਨ, ਜਲ ਪਾਣੀ ਉੱਥੋਂ ਵਰਤਿਆ ਹੈ ਤੇ ਬਾਬਾ ਵਿਧੀ ਚੰਦ ਵਰਗੇ, ਬਾਬਾ ਜੇਠਾ ਜੀ ਵਰਗੇ ਪ੍ਰੇਮੀ ਸਿੱਖ ਨਾਲ ਹਨ। ਤੇ ਸਤਿਗੁਰਾਂ ਨੇ ਜਦੋਂ ਜਲ ਪਾਣੀ ਵਰਤ ਕੇ ਤੇ ਕੇਸਗੜ੍ਹ ਸਾਹਿਬ ਵਾਲੀ ਜਿਹੜੀ ਧਰਤੀ ਹੈ ਉੱਧਰ ਨਮਸਕਾਰ ਕੀਤੀ ਹੈ, ਉਦੋਂ ਇੱਥੇ ਕੋਈ ਰਚਨਾ ਨਹੀਂ। ਤੇ ਸਿੱਖ ਕਹਿਣ ਲੱਗੇ, ਮਹਾਰਾਜ ਆਪ ਨੇ ਕਿਹਾ ਹੈ ਗੁਰੂ ਤੋਂ ਬਿਨਾਂ ਕਿਸੇ ਨੂੰ ਇਸ ਤਰ੍ਹਾਂ ਨਮਸਕਾਰ ਨਹੀਂ ਕਰਨੀ, ਪਰ ਆਪ ਨੇ ਇੱਕ ਪਹਾੜੀ ਵੱਲ ਮੂੰਹ ਕਰਕੇ ਨਮਸਕਾਰ ਕਿਉਂ ਕੀਤੀ ਹੈ। ਤੇ ਨਾਲੇ ਦੂਜਾ ਬਚਨ ਸਿੱਖਾਂ ਨੇ ਇਹ ਕਰ ਦਿੱਤਾ, ਮਹਾਰਾਜ ਆਪ ਜੀ ਤੋਂ ਪਹਿਲਾਂ ਜਿਹੜੀਆਂ 5 ਪਾਤਸ਼ਾਹੀਆਂ ਹੋਈਆਂ ਹਨ ਉਹਨਾਂ ਨੇ ਬਾਣੀ ਦੀ ਬੇਅੰਤ ਰਚਨਾ ਕੀਤੀ ਹੈ ਤੇ ਆਪ ਜੀ ਨੇ ਬਾਣੀ ਦੀ ਰਚਨਾ ਬਹੁਤ ਘੱਟ ਕੀਤੀ ਹੈ। ਆਮ ਸਾਡੇ ਪ੍ਰਚਾਰਕ ਕਹਿ ਦਿੰਦੇ ਜੀ 6 ਗੁਰੂਆਂ ਦੀ ਬਾਣੀ ਹੈ, ਪਰ ਗੁਰੂ ਪਿਆਰੀ ਸਾਧ ਸੰਗਤ 6 ਗੁਰੂਆਂ ਦੀ ਬਾਣੀ ਨਹੀਂ, ਇਹ 8 ਗੁਰੂਆਂ ਦੀ ਰਚਨਾ ਹੈ। ਤੇ ਜਿਹੜੀ 2 ਗੁਰੂ ਬਾਕੀ ਹਨ ਉਹਨਾਂ ਵੀ ਇਸੇ ਬਾਣੀ ਦਾ ਪ੍ਰਚਾਰ ਕੀਤਾ, ਇਹਦੇ ਅਨੁਸਾਰ ਹੀ ਸੰਗਤਾਂ ਨੂੰ ਜੋੜਨਾ ਕੀਤਾ ਹੈ। ਜਿਵੇਂ ਜਿਵੇਂ ਹੁਕਮ ਹੋਇਆ ਤਿਵੇਂ ਤਿਵੇਂ ਉਹਨਾਂ ਨੇ ਕਿਰਪਾ ਕੀਤੀ ਹੈ। ਜੇ ਹੁਣ ਆਪ ਕਹੋ ਕਿ 8 ਗੁਰੂਆਂ ਦੀ ਕਿਵੇਂ ਬਾਣੀ ਹੈ
ਕੁਝ ਇਤਿਹਾਸਕਾਰਾਂ ਨੇ ਫਰਕ ਪਾਇਆ ਹੈ, ਪਰ ਜਿਹੜੇ ਪੁਰਾਤਨ ਜਿਹੜੇ ਮੰਨੇ ਗਏ ਪ੍ਰਮਾਣਿਤ ਇਤਿਹਾਸ ਹਨ ਉਹਦੇ ਵਿੱਚ ਜ਼ਿਕਰ ਆਉਂਦਾ ਹੈ ਕਿ 22 ਵਾਰਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹਨ, ਅਤੇ 22 ਵਾਰਾਂ ਦੇ ਵਿੱਚੋਂ ਜਿਹੜੀਆਂ 9 ਵਾਰਾਂ ਦੇ ਉੱਤੇ ਲਿਖਿਆ ਹੁੰਦਾ ਹੈ ਧੁਨ, ਜਿਵੇਂ ਟੁੰਡੇ ਅਸ ਰਾਜੇ ਕੀ ਧੁਨ ਆਸਾ ਜੀ ਦੀ ਵਾਰ ਵਿੱਚ ਲਿਖਿਆ ਹੈ, ਇਸੇ ਤਰ੍ਹਾਂ ਹੋਰ 8 ਵਾਰਾਂ ਵਿੱਚ ਲਿਖਿਆ ਗਿਆ ਹੈ। ਜਦੋਂ ਮਹਾਰਾਜ ਨੇ ਅਕਾਲ ਤਖਤ ਸਾਹਿਬ ਜੀ ਦੀ ਸਾਜਨਾ ਕੀਤੀ ਉਸ ਵੇਲੇ ਢਾਡੀ ਸੱਦ ਕੇ ਅਤੇ ਸੂਰਮਿਆਂ ਦੀਆਂ ਰਾਜੇ ਮਹਾਰਾਜੇ ਜਿਹੜੇ ਕਰਨੀ ਕਹਿਣੀ ਦੇ ਪੂਰੇ ਹੋਏ ਉਹਨਾਂ ਦੀਆਂ ਵਾਰਾਂ ਸੁਣੀਆਂ ਅਤੇ ਸੁਣਾਉਣੀਆਂ ਕੀਤੀਆਂ ਸਿੱਖ ਸੰਗਤਾਂ ਨੂੰ, ਉਹਨਾਂ ਵਿੱਚ ਵੀਰਤਾ ਦਾ ਰਸ ਭਰਨਾ ਕੀਤਾ। ਅਤੇ ਜਿਹੜੇ ਸੂਰਮੇ ਦੀ ਵਾਰ ਮਹਾਰਾਜ ਨੂੰ ਪਸੰਦ ਆਈ ਉਹ ਇਹਨਾਂ 9 ਵਾਰਾਂ ਦੇ ਵਿੱਚੋਂ ਸਤਿਗੁਰਾਂ ਨੇ ਹੁਕਮ ਕਰ ਦਿੱਤਾ ਕਿ ਇਹ ਜਿਹੜੀ ਵਾਰ ਹੈ ਫਲਾਣੀ ਧੁਨ ਦੇ ਨਾਲ ਗਾਉਣੀ, ਉਸ ਸੂਰਮੇ ਦੀ ਜਿਵੇਂ ਵਾਰ ਗਾਈ ਗਈ ਉਹਦੇ ਅਨੁਸਾਰ ਇਹਨੂੰ ਗਾਇਆ ਜਾਵੇ। ਇਹ 9 ਧੁਨਾਂ 6ਵੇਂ ਪਾਤਸ਼ਾਹ ਜੀ ਨੇ ਆਪ ਕਹਿ ਕੇ ਇਹਦੇ ਉੱਪਰ ਲਿਖਾਈਆਂ ਹਨ। ਅਤੇ ਇਸ ਤੋਂ ਬਾਅਦ ਜਿਹੜੀ ਇੱਕ ਹੋਰ ਗੱਲ 10ਵੇਂ ਪਾਤਸ਼ਾਹ ਜੀ ਦਾ ਇੱਕ ਸ਼ਲੋਕ ਆਉਂਦਾ ਹੈ ਜੋ 9ਵੇਂ ਪਾਤਸ਼ਾਹ ਜੀ ਦੇ ਭੋਗ ਦੇ ਆਪਾਂ ਸ਼ਲੋਕ ਸਰਵਣ ਕਰਦੇ ਹਾਂ। ਜੋ ਪਹਿਲਾ 9ਵੇਂ ਪਾਤਸ਼ਾਹ ਜੀ ਦਾ ਸ਼ਲੋਕ ਹੈ, ਬਲ ਛੁਟਕਿਓ ਬੰਧਨ ਪਰੇ ਕਛੂ ਨ ਹੋ ਤੇ ਉਪਾਏ। ਇਹ ਸਤਿਗੁਰਾਂ ਨੇ ਪਰਖ ਕਰਨ ਵਾਸਤੇ 10ਵੇਂ ਪਾਤਸ਼ਾਹ ਜੀ ਨੂੰ ਦਿੱਲੀਓਂ ਜਦੋਂ ਸ਼ਲੋਕ ਲਿਖ ਕੇ ਭੇਜੇ ਹਨ ਅਤੇ ਇਹ ਸ਼ਲੋਕ ਪਰਖ ਵਾਸਤੇ ਭੇਜਿਆ ਹੈ। ਅਤੇ 2 ਸ਼ਲੋਕ ਜਿਹੜੇ ਹੋਰ ਹਨ, ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ, ਰਾਮ ਗਿਓ ਰਾਮਨ ਗਿਓ ਜਾਂ ਕੋ ਬਹੁ ਪਰਿਵਾਰ। ਇਹ ਮਾਤਾਵਾਂ ਨੂੰ ਧੀਰਜ ਦੇਣ ਵਾਸਤੇ ਸਮਝਾਉਣ ਵਾਸਤੇ ਇਹ ਸ਼ਲੋਕ ਉਸ ਵੇਲੇ ਲਿਖੇ ਹਨ। ਅਤੇ ਜਦੋਂ ਸਤਿਗੁਰਾਂ ਨੇ ਇਹ ਬਚਨ ਕਿਹਾ ਬਲ ਛੁਟਕਿਓ ਬੰਧਨ ਪਰੇ, ਕਿ ਐਸਾ ਸਮਾਂ ਹੁਣ ਬਣਿਆ ਸੰਕਟ ਦਾ, ਇੱਥੇ ਕੋਈ ਸਹਾਇਤਾ ਨਹੀਂ ਕਰ ਸਕਦਾ, ਬੰਧਨਾਂ ਦੇ ਵਿੱਚ ਹਾਂ। ਅਤੇ 10ਵੇਂ ਪਾਤਸ਼ਾਹ ਜੀ ਨੇ ਅੱਗੋਂ ਚੜ੍ਹਦੀ ਕਲਾ ਦੇ ਨਾਲ ਇਹ ਬੇਨਤੀ ਰੂਪਕ ਜਵਾਬ ਦਿੱਤਾ, ਮਹਾਰਾਜ ਆਪ ਧੰਨ ਹੋ, ਸਭ ਕੁਝ ਕਰ ਸਕਦੇ ਹੋ, ਬਲ ਹੋਆ ਬੰਧਨ ਛੁਟੇ ਸਭ ਕੁਛ ਹੋ ਤੇ ਉਪਾਏ, ਨਾਨਕ ਸਭ ਕੁਛ ਤੁਮਰੇ ਹੱਥ ਮੈਂ ਤੁਮ ਹੀ ਹੋਤ ਸਹਾਏ, ਚਰਨ ਕਰੋ ਸ੍ਰੀ ਵਾਹਿਗੁਰੂ। ਇਹ 10ਵੇਂ ਪਾਤਸ਼ਾਹ ਜੀ ਦਾ ਸ਼ਲੋਕ ਹੈ। ਪੁਰਾਤਨ ਸਰੂਪਾਂ ਦੇ ਵਿੱਚ ਇੱਥੇ ਪਾਤਸ਼ਾਹੀ 10ਵੀਂ ਲਿਖਿਆ ਗਿਆ ਹੈ। ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਇਹਨਾਂ ਗੁਰੂਆਂ ਦੀ ਰਚਨਾ ਜਿਹੜੀ ਧੰਨ ਹੈ। ਸੋ ਕਹਿਣ ਦਾ ਭਾਵ ਸਿੱਖਾਂ ਨੇ ਜਦੋਂ ਕਿਹਾ ਮਹਾਰਾਜ ਆਪ ਜੀ ਨੇ ਬਾਣੀ ਘੱਟ ਜਿਹੜੀ ਉਚਾਰਨ ਕੀਤੀ ਹੈ, ਅਤੇ 6ਵੇਂ ਪਾਤਸ਼ਾਹ ਜੀ ਨੇ ਉਸ ਵੇਲੇ ਕਿਹਾ ਭਾਈ 10ਵੇਂ ਜਾਮੇ ਦੇ ਵਿੱਚ ਸਾਨੂੰ ਬਹੁਤੀ ਬਾਣੀ ਉਚਾਰਨੀ ਪੈਣੀ ਹੈ, ਚਰਨ ਕਰੋ ਸ੍ਰੀ ਵਾਹਿਗੁਰੂ। ਸੋ ਗੁਰੂ ਪਿਆਰੀ ਸਾਧ ਸੰਗਤ ਆਪ ਜਾਣਦੇ ਹੋ ਧੀਰ ਮਲ ਦੇ ਮਿਹਣਾ ਮਾਰਨ 'ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਦੁਬਾਰਾ ਇੱਕ ਓਂਕਾਰ ਤੋਂ ਲੈ ਕਰਕੇ 10-20 ਤੱਕ ਸਾਰੀ ਗੁਰਬਾਣੀ ਆਪਣੇ ਕੰਠ ਤੋਂ ਉਚਾਰਨ ਕਰਕੇ ਅਤੇ ਭਾਈ ਮਨੀ ਸਿੰਘ ਸਾਹਿਬ ਜੀ ਤੋਂ ਲਿਖਾਉਣਾ ਕੀਤੀ ਹੈ। ਜੋ ਦਮਦਮੇ ਸਾਹਿਬ ਵਾਲੀ ਬੀੜ ਕਰਕੇ ਮੰਨੀ ਜਾਂਦੀ ਹੈ, ਉਹ ਸਤਿਗੁਰਾਂ ਦੇ ਆਪ ਲਿਖਾਈ ਹੋਈ ਬੀੜ ਜਿਹੜੀ ਹਜ਼ੂਰੀ ਦੇ ਵਿੱਚ ਉਹ ਖਜ਼ਾਨੇ ਹਨ। ਸੋ ਕਹਿਣ ਦਾ ਭਾਵ ਸਤਿਗੁਰਾਂ ਨੇ ਉਹ ਬਚਨ ਕੀਤਾ 6ਵੇਂ ਜਾਮੇ ਦੇ ਵਿੱਚ, ਅਤੇ 10ਵੇਂ ਪਾਤਸ਼ਾਹ ਜੀ ਨੇ 135 ਗ੍ਰੰਥ ਲਿਖੇ ਹਨ। ਕਈ ਕਹਿ ਦਿੰਦੇ ਜੀ ਆਹ ਵੀ ਬਾਣੀ 10ਵੇਂ ਪਾਤਸ਼ਾਹ ਦੀ ਨਹੀਂ, ਆਹ ਵੀ ਨਹੀਂ, ਸਾਨੂੰ ਪਤਾ ਨਹੀਂ ਹੁੰਦਾ, ਅਸੀਂ ਟੀਕਾ ਟਿੱਪਣੀ ਕਰਨ ਲੱਗ ਪੈਂਦੇ ਹਾਂ, ਉਹਨੂੰ ਨਿੰਦਿਆ ਕਰਨ ਲੱਗ ਪੈਂਦੇ ਹਾਂ, ਘੱਟ ਵੱਧ ਕਰਨ ਲੱਗ ਪੈਂਦੇ ਹਾਂ ਬਾਣੀ ਦੀ ਮਰਜ਼ਾਦਾ। ਇੱਥੋਂ ਤੱਕ 10ਵੇਂ ਪਾਤਸ਼ਾਹ ਜੀ ਦੀ ਬਾਣੀ ਨਾਲ ਈਰਖਾ ਕਰਨ ਵਾਲਿਆਂ ਨੇ ਕਹਿ ਦਿੱਤਾ ਕਿ ਇਹਨਾਂ ਬਾਣੀਆਂ ਦੀ ਅੰਮ੍ਰਿਤ ਵਿੱਚ ਲੋੜ ਨਹੀਂ। ਪਰ ਗੁਰੂ ਪਿਆਰੀ ਸਾਧ ਸੰਗਤ ਕੂੜਨ ਖੁੱਟੇ ਨਾਨਕਾ ਓੜਕ ਸੱਚ ਹਰੀ ਸੱਚ ਦੀ ਜਿੱਤ ਹੁੰਦੀ ਹੈ। ਸੋ ਇਸੇ ਪ੍ਰਕਾਰ 10ਵੇਂ ਪਾਤਸ਼ਾਹ ਜੀ ਨੇ ਅੱਜ ਉਹ ਸਮਾਂ ਆਇਆ ਜੋ ਕੇਸਗੜ੍ਹ ਦੀ ਪਹਾੜੀ ਉੱਪਰ ਪਹਿਲਾਂ ਜਿਹੜੀ ਪੰਡਾਲ ਦੀ ਸਾਰੀ ਤਿਆਰੀ ਕਰਵਾਈ ਹੋਈ ਸੀ, ਸਤਿਗੁਰੂ ਜੀ ਜਾ ਕੇ ਉੱਥੇ ਜਦੋਂ ਪਹੁੰਚੇ ਹਨ ਸਿੱਖਾਂ ਸਮੇਤ, ਅਤੇ ਸੰਗਤ ਵਿੱਚ ਖਲੋ ਕੇ ਸਤਿਗੁਰਾਂ ਨੇ ਜੋ ਸੰਗਤ ਨੂੰ ਆਵਾਜ਼ ਦੇ ਕੇ ਉੱਚੀ ਆਵਾਜ਼ ਵਿੱਚ ਕਿਹਾ ਭਾਈ ਕੋਈ ਉੱਠੇ, ਸਾਨੂੰ ਇੱਕ ਸੀਸ ਚਾਹੀਦਾ ਹੈ। ਜਿਹੜੀ ਉਸ ਵੇਲੇ ਬੇਅੰਤ ਸੰਗਤ ਇਕੱਠੀ ਹੋਈ ਹੈ, ਇਹਦੀ ਵੱਖ-ਵੱਖ ਤਰ੍ਹਾਂ ਵਿਦਵਾਨਾਂ ਨੇ ਗਿਣਤੀ ਦੱਸੀ ਹੈ। 80,000 ਤੋਂ 1 ਲੱਖ ਤੋਂ ਲੈ ਕੇ ਅਤੇ ਜਿਹੜੀ ਟਕਸਾਲ ਦੀਆਂ ਪੋਥੀਆਂ ਦੇ ਉੱਤੇ 10 ਲੱਖ ਤੱਕ ਵੀ ਗਿਣਤੀ ਦੱਸੀ ਹੈ ਕਿ ਇੰਨੀ ਸੰਗਤ ਇਕੱਠੀ ਹੋਈ ਸੀ, ਕਿਉਂਕਿ ਦੂਰ ਦੂਰ ਤੱਕ ਸੰਗਤਾਂ ਨੂੰ ਹੁਕਮਨਾਮੇ ਭੇਜੇ ਗਏ ਸਨ, ਅਤੇ ਕਈਆਂ ਦੇ ਮਨ ਵਿੱਚ ਸੀ ਪਤਾ ਨਹੀਂ ਕੀ ਉੱਥੇ ਸਾਨੂੰ ਅੱਜ ਪ੍ਰਾਪਤ ਹੋਣਾ ਹੈ, ਸਰੂਪੇ ਮਿਲਣੇ ਹਨ ਜਾਂ ਮਾਇਆ ਮਿਲਣੀ ਹੈ ਜਾਂ ਖਾਣ ਪੀਣ ਨੂੰ ਬਹੁਤਾ ਕੁਝ ਮਿਲੇਗਾ। ਅਤੇ ਜਦੋਂ ਸਤਿਗੁਰਾਂ ਨੇ ਸੀਸ ਦੀ ਮੰਗ ਕੀਤੀ ਅਤੇ ਸਾਰੇ ਨੀਵੀਆਂ ਪਾ ਗਏ। ਫਿਰ ਦੂਜੀ ਵਾਰ ਸਤਿਗੁਰਾਂ ਨੇ ਬਚਨ ਕੀਤਾ, ਫਿਰ ਕੋਈ ਨਾ ਉੱਠਿਆ। ਜਦੋਂ ਤੀਜੀ ਵਾਰ ਬਚਨ ਕੀਤਾ ਹੈ ਅਤੇ ਭਾਈ ਦਇਆ ਸਿੰਘ ਸਾਹਿਬ ਜੀ, ਦਇਆ ਰਾਮ ਇਹਨਾਂ ਦਾ ਨਾਂ ਹੈ, ਉਸ ਵੇਲੇ ਉੱਠ ਕੇ ਖੜ੍ਹੇ ਹੋ ਕੇ ਬੇਨਤੀ ਕੀਤੀ ਹੱਥ ਜੋੜ ਕੇ ਮਹਾਰਾਜ ਦਾਸ ਦਾ ਸੀਸ ਹਾਜ਼ਰ ਹੈ। ਅਤੇ ਸਤਿਗੁਰੂ ਜੀ ਕਹਿਣ ਲੱਗੇ ਭਾਈ ਤੂੰ ਪਹਿਲਾਂ ਸਾਨੂੰ ਇਹ ਦੱਸ ਤੈਨੂੰ ਕੋਈ ਮੁਸ਼ਕਿਲ ਤਾਂ ਨਹੀਂ, ਤੇਰੇ ਮਨ ਵਿੱਚ ਕੋਈ ਉਦਾਸੀ ਤਾਂ ਨਹੀਂ, ਤੇਰੇ ਘਰ ਵਿੱਚ ਕੋਈ ਦੁੱਖ ਤਕਲੀਫ ਤਾਂ ਨਹੀਂ, ਇਤਿਹਾਸ ਵਿੱਚ ਲਿਖਿਆ ਹੈ। ਕਹਿਣ ਲੱਗਾ ਮਹਾਰਾਜ ਆਪ ਜੀ ਦੀ ਕਿਰਪਾ ਹੈ,
मैं खुशी दे नाल आप जी के चरणों में हाजिर होया हाँ, कृपा करो। सतगुरु जी उन्होंने बाहों फड़ के तंबू में लै गए हैं, जो अज सानू कई तरह के भुलेखे पाए गए हैं। तो कई कहते जी उत्थे बकरे वड्डे गए, कोई कुछ कहता है, पर गुरु की साध संगत जे बकरे वड्डे हुंदे तो सतगुरां नूं फिर ये लोड़ की सी, जिहड़े बकरियां वड्डण वाले सन जां किसी ने बकरे लिआंदे हुंदे मुੱਲ जां वो खरीद के लिआंदे जां उत्थे बद्धे हुंदे, असकर किसी सिख ने लिआंदे सी, वो सब तो पहला खड़ा होकर कह दिंदा मेरा सीस हाज़र है, तो सब तो वड्डा मान प्राप्त कर लैंदा। पर यह भुल की गल है। मगरों ये गुरप्रताप सूरज ग्रंथ जिहड़ा है भाई संतोख सिंह जी के शरीर छड्डण तो बाद ये रले पाए गए हैं ग्रंथ दे विच, क्योंकि जिलते की बाद विच बजी गई है। उन्हां भाई साहब जी ने ये सारे ग्रंथ की रचना करके अकाल तख्त साहब जाके ये जिहड़ी पोथी साहब है सूरज प्रकाश की एक संपूर्ण जिलत उदों वड्डी बनी है, ये सारी उत्थे हाज़र करके कह दिता कि पंथ की मानत है, जिन्नी मेरे को गुरु ने सेवा कराई मैं कर दी है। वो जिन्हां ने जिलत बनाई उस वेले लाहौर दे विच भापियां दे कोल दी जिम्मेवारी आई, उहदे नाल विरोधी अंसरां ने मिल करके कई होर भी शंके पा दिते। सो कहण दा भाव सतगुरां ने जदों बचन किया भाई उन्होंने तंबू विच खड़िया है, तो जदों बाहर सतगुरु जी आए कुछ समय बाद तो लहू के नाल लिबड़ी हुई तलवार लिबड़ी वेख के ते संगत हैरान हो गई। सतगुरां ने फिर आवाज़ दी भाई सानू एक शीश की होर लोड़ है। फिर कोई ना उठिया, भजन नूं तैयार हो गए। जदों सतगुरां दूजी बार बचन किया तो उस वेले जो कि भाई धर्मदास उठिया है, तो सतगुरां ने उन्होंने भी उस तरह तंबू विच खड़िया। फिर तीजी बार भाई हिम्मत सिंह जी उठे, चौथी बार भाई मोहकम सिंह जी, पंजवीं बार भाई साहिब सिंह जी उठे हैं। पंज प्यारे जड़े हैं इन्हां दे नाम हैं, उस वेले बाद विच सिंह बनते हैं। जदों सतगुरां ने इन्हां नूं तंबू विच खड़िया तो पंजां दे सिर जिहड़े हैं सीस नालों वख कर दिते। गुरु प्यारी साध संगत जे किसी तसल्ली करनी होवे इस प्रसंग की, एक जिहड़ा दमदमी टकसाल का ग्रंथ बनया गोज कथा उहदा नाम है, जिहदे विच रोजाना जिहड़ी डायरी भरी जाती सी सतगुरां दी, अज सतगुरां की कीता, अज की कीता है, उहदे विच बड़े हवाले खोल के दसे गए हैं। सो विचार की लोड़ हुंदी है, किसी ते शक नहीं करना चाहिए, साडी मत थोड़ी हुंदी है। तो गुरु प्यारी साध संगत जदों पंजां दे सिर वख कर दिते गए, सतगुरां अमृत तैयार करके तो उस वेले आप जानते हो माता जी ने भी कृपा की। माता जीत कौर जी जदों पता लगा महाराज कोई नवीं रचना कर रहे हैं तो झोली दे विच पतासे पा के लिआंदे हैं उन्होंने, तो महाराज वेख के बड़े खुश होए, कहन लगे जीत जी भला कीता है। जिवें माता पिता दो होण ते बच्चे का जिहड़ा तां ही सत्कार हुंदा है, दोवां दे संजोग तो औलाद पैदा हुंदी है। आप जी ने वो भी रस्म पूरी कर दी है। इस तो पहला इत्थों तक भी इतिहास आउंदा है कि जिहड़े पतासिया तो पहला जदों अमृत तैयार होया तो सतगुरां ने एक निर्णय करन दे वास्ते उहदे विचों कोई चिड़ियां दे अगे वो अमृत जिहड़ा है रखिया है, तो चिड़ियां आपस विच लड़न लग पईयां। तो सतगुरां ने कहा मेरे खालसे दे विच निरा एक जोश ही नहीं चाहिए, नाल प्रेम भी होना चाहिए है, मिठास भी होनी चाहिए है। उस वेले माता जी के नाले बचन किया, तुसां ने वो जिहड़ी रस्म पूरी कर दी है। गुरु प्यारी साध संगत फिर अमृत तैयार करके पंजां नूं छकाया सराजीत करके, तो सतगुरां ने पंजां दे नाल जिहड़े रामदास सन सिंह लाया, तो उस वेले उन्हां नूं सारी मर्यादा दसना की, अगे वास्ते मर्यादा प्रचलित की है। तो नाल सतगुरां कहा भाई सब तो पहला दया आई है गुरु नानक के घर विच, तहौल धर्म दया का पूत। दया एक माता है, धर्म का पुत्र हुंदा, जिथे दया नहीं उत्थे धर्म कायम नहीं हो सकता। सो गुरु प्यारी साध संगत सतगुरु जी कहने लगे परमेश्वर ने बड़ी चंगी ये रस्म बनाई है। पहला दया आई, दया राम आया, फिर धर्म आया, फिर हिम्मत आई, तो मोहकम तो भाव पकियाई जिहड़ी चंगी तरह तसल्ली होने वाली अस्थिर रहन वाली चीज़ है। भाई मोहकम सिंह जी आ गए सिक्खी नूं पक्कियां करन वास्ते, फिर नाल सहबी आ गई, सत्कार आ गया, मान सत्कार आ गया। इन्हां दे महात्म दस के सतगुरां ने फिर उस वेले अनेकां प्राणियां नूं जिहड़ा है सिंह सजाउणा कीता है। गुरु प्यारी साध संगत आम इतिहास विच जे वेखीए तो ये बहुत पता नहीं लगता, इतिहास च दस्सिया नहीं जाता कि साहिबजादे ने कदों अमृत छकिया, मातावां ने कदों अमृत छकिया है। गुरु प्यारी साध संगत उस पोथी विच आप सब कुछ वेख सकते हो। उस दिन ही सतगुरां की कृपा हुई है, महाराज के परिवार ने अमृत छकना किया है।
ਗੁਰੂ ਪਿਆਰੀ ਸਾਧ ਸੰਗਤ ਫਿਰ ਸਤਿਗੁਰੂ ਜੀ ਕਹਿਣ ਲੱਗੇ, ਭਾਈ ਹੁਣ ਜਿਵੇਂ ਤੁਸੀਂ ਅੰਮ੍ਰਿਤ ਛਕਿਆ ਹੈ ਤੇ ਮੈਨੂੰ ਵੀ ਅੰਮ੍ਰਿਤ ਛਕਾਉਣਾ ਕਰੋ। ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਪਿੱਛੇ ਤੋਂ ਰਸਮ ਚੱਲਦੀ ਆਈ ਹੈ, ਗੁਰੂ ਸਾਹਿਬ ਸਿੱਖਾਂ ਨੂੰ ਨਵਾਜਦੇ ਰਹੇ ਹਨ, ਸਾਡੇ ਵਿੱਚ ਕੀ ਤਾਕਤ ਹੈ ਅਸੀਂ ਗੁਰੂ ਨੂੰ ਜੋ ਸਿੱਖੀ ਬਖਸ਼ ਸਕੀਏ। ਪਰ ਸਤਿਗੁਰਾਂ ਕਿਹਾ, ਭਾਈ ਅੱਜ ਤੋਂ ਜਿਹੜੀ ਦੇਹਧਾਰੀ ਗੁਰੂ ਦੀ ਰਸਮ ਜਿਹੜੀ ਹੈ ਉਹ ਅੱਗੇ ਤੋਂ ਬਦਲ ਜਾਣੀ ਹੈ। ਇਸ ਕਰਕੇ ਇਹ ਨਹੀਂ ਰੱਖੀ ਗਈ ਹੈ ਪੱਕੀ ਕਿ ਭਾਈ ਜਿਹੜੀ ਪੰਥ ਤੇ ਗ੍ਰੰਥ ਦੀ ਸ਼ਕਤੀ ਸਭ ਤੋਂ ਵੱਡੀ ਹੈ। ਗੁਰੂ ਪਿਆਰੀ ਸਾਧ ਸੰਗਤ ਫਿਰ ਸਤਿਗੁਰਾਂ ਨੇ ਆਪ ਪੰਜਾਂ ਪਿਆਰਿਆਂ ਦੇ ਕੋਲ ਅੰਮ੍ਰਿਤ ਛਕਿਆ ਹੈ ਤੇ ਫਿਰ ਉਹ ਰਸਮ ਨੂੰ ਪੂਰਾ ਕੀਤਾ। ਕੋਈ ਇਹ ਨਾ ਕਹੇ ਸਿੱਖਾਂ ਵਾਸਤੇ ਹੋਰ ਮਰਜ਼ਾਦਾ ਹੈ ਤੇ ਗੁਰੂ ਵਾਸਤੇ ਹੋਰ ਹੈ। ਤੇ ਸਤਿਗੁਰਾਂ ਨੇ ਜੋ ਆਪ ਕੀਤਾ ਹੈ ਉਹ ਸਾਨੂੰ ਦੱਸਿਆ ਹੈ। ਜਿਹੜੇ ਕੰਮ ਤੋਂ ਸਾਨੂੰ ਰੋਕਿਆ ਹੈ ਸਤਿਗੁਰੂ ਆਪ ਹੀ ਉਸ ਕੰਮ ਤੋਂ ਰੁਕੇ ਹਨ। ਸੋ ਗੁਰੂ ਪਿਆਰੀ ਸਾਧ ਸੰਗਤ ਕਈ ਵਾਰ ਅਸੀਂ ਕਹਿ ਦਿੰਦੇ ਹਾਂ ਕਿ ਫਲਾਣੀ ਗੱਲ ਜਿਹੜੀ ਗੁਰੂ ਤੇ ਆਪ ਮੁਕਤੀ ਕਰਨ ਵਾਲੇ ਉਹਨਾਂ ਤਾਂ ਕੀਤੀ ਹੈ, ਇਹ ਵੱਖਰੀ ਗੱਲ ਹੈ, ਗੁਰੂ ਕੋਲ ਸ਼ਕਤੀ ਬਹੁਤ ਹੈ। ਪਰ ਗੁਰੂ ਨੇ ਆਪਣੇ ਸਿੱਖਾਂ ਨੂੰ ਉਹ ਮਰਜ਼ਾਦਾ ਉਹ ਰੂਪ ਦਿੱਤਾ ਹੈ ਜੋ ਆਪ ਧਾਰਨਾ ਕੀਤਾ ਹੈ। ਕਿਉਂਕਿ ਸਤਿਗੁਰਾਂ ਕਹਿ ਦਿੱਤਾ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸ ਮੈਂ ਹਾਂ ਕਰੋ ਨਿਵਾਸ। ਇਹ ਸਰਬਲੋਕ ਗ੍ਰੰਥ ਦੇ ਬੋਲ ਹਨ। ਜਿਹੜੇ ਕਹਿੰਦੇ ਦਸਵੇਂ ਪਾਤਸ਼ਾਹ ਦੀ ਬਾਣੀ ਨਹੀਂ, ਉਹ ਇੱਥੇ ਕੀ ਕਹਿਣਗੇ ਉਹਨੂੰ ਵਿਚਾਰ ਕੇ ਵੇਖੋ, ਕਿੱਡਾ ਵੱਡਾ ਖਜ਼ਾਨਾ ਸਾਡੇ ਕੋਲ ਪੜ੍ਹਨ ਦੀ ਸਮਝਦੀ ਉਹਦੀ ਹਿੰਮਤ ਨਹੀਂ ਹੁੰਦੀ, ਅਸੀਂ ਟਿੱਪਣੀ ਕਰਨ ਲੱਗ ਪੈਂਦੇ ਹਾਂ। ਇਹ ਸਰਬਲੋਕ ਗ੍ਰੰਥ ਦੇ ਬੋਲ ਹਨ ਜਿਹਦਾ ਪੁਰਾਤਨ ਸਮੇਂ ਤੋਂ ਜਿਹੜੀਆਂ ਜਥੇਬੰਦੀਆਂ ਪ੍ਰਮਾਣਿਤ ਹਨ ਉਹ ਇਹਦਾ ਪ੍ਰਕਾਸ਼ ਵੀ ਕਰਦੀਆਂ ਹਨ। ਗੁਰੂ ਪਿਆਰੀ ਸਾਧ ਸੰਗਤ ਉੱਥੇ ਸਤਿਗੁਰਾਂ ਕਿਹਾ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਜੋ ਖਾਲਸੇ ਦੀ ਰਹਿਣ ਵਿੱਚ ਆਏਗਾ ਮੇਰਾ ਰੂਪ ਹੋਏਗਾ, ਮੈਂ ਉਹਦੇ ਵਿੱਚ ਆਪ ਵਸਾਂਗਾ। ਸਤਿਗੁਰੂ ਜੀ ਕਹਿੰਦੇ ਮੈਨੂੰ ਸਿੱਖ ਪਿਆਰਾ ਨਹੀਂ, ਮੈਨੂੰ ਰਹਿਤ ਪਿਆਰੀ ਹੈ। ਇਸ ਕਰਕੇ ਰਹਿਣੀ ਰਹੇ ਸੋਈ ਸਿੱਖ ਮੇਰਾ, ਸੋ ਸਾਹਿਬ ਮੈਂ ਉਸ ਕਾ ਚੇਰਾ। ਗੁਰੂ ਪਿਆਰੀ ਸਾਧ ਸੰਗਤ ਸਤਿਗੁਰੂ ਜੀ ਕਹਿੰਦੇ ਮੈਂ ਆਪ ਉਹਦਾ ਸੇਵਕ ਬਣਨ ਨੂੰ ਤਿਆਰ ਹਾਂ ਜਿਹੜਾ ਇਸ ਰਹਿਣੀ 'ਤੇ ਚੱਲੇਗਾ। ਸਭ ਤੋਂ ਪਹਿਲੀ ਰਹਿਤ ਹੈ ਖੰਡੇ ਕੀ ਪੌਲ ਲੈਣੀ ਤੇ ਗੁਰੂ ਕੀ ਮਰਜ਼ਾਦਾ ਨੂੰ ਧਾਰਨ ਕਰਨਾ, ਫਿਰ ਅੱਗੇ ਕਮਾਈ ਕਰੇਗਾ, ਉਹਦੀ ਹੋਰ ਤਰੱਕੀ ਹੋਵੇਗੀ। ਸੋ ਗੁਰੂ ਪਿਆਰੀ ਸਾਧ ਸੰਗਤ ਦਸਵੇਂ ਪਾਤਸ਼ਾਹ ਜੀ ਨੇ 1699 ਦੀ ਵਿਸਾਖੀ 1756 ਬਿਕਰਮੀ ਵਾਲੇ ਦਿਨ, ਇਹ ਵਿਸਾਖ ਦੀ ਸੰਗਰਾਂਦ ਵਾਲੇ ਦਿਨ ਇਹ ਕਿਰਪਾ ਕੀਤੀ ਹੈ, ਖਾਲਸੇ ਪੰਥ ਦੀ ਨੀਂਹ ਰੱਖੀ ਹੈ। ਸੋ ਅੱਜ ਦੇ ਦਿਨ ਉਸ ਸਮੇਂ ਦੇ ਅਨੁਸਾਰ ਖਾਲਸਾ ਪੰਥ ਦਾ ਜਨਮ ਹੋਇਆ ਹੈ। ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਤੇ ਸਤਿਗੁਰੂ ਜੀ ਆਪਣੇ ਪੰਥ ਦੀ ਆਪ ਲਾਜ ਰੱਖਣ, ਸਮੱਤ ਬਖਸ਼ਣ। ਸੋ ਗੁਰੂ ਪਿਆਰੀ ਸਾਧ ਸੰਗਤ ਇੱਕੋ ਹੀ ਗੱਲ ਨਹੀਂ, ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕਰਕੇ ਅੱਜ ਦੇ ਸਮੇਂ ਤੱਕ ਵਿਸਾਖ ਦੇ ਦਿਹਾੜੇ ਦੇ ਨਾਲ ਬਹੁਤ ਇਤਿਹਾਸਕ ਪੱਖ ਜੁੜਦੇ ਹਨ। ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਬਾਅਦ ਗੁਰੂ ਅੰਗਦ ਸਾਹਿਬ ਜੀ ਦਾ ਸਮਾਂ ਆਇਆ, ਉਹਨਾਂ ਵੀ ਇਹਨਾਂ ਦਿਹਾੜਿਆਂ 'ਤੇ ਬੜੇ ਕੌਤਕ ਕੀਤੇ। ਗੁਰੂ ਅਮਰਦਾਸ ਜੀ ਦਾ ਸਮਾਂ ਆਇਆ, ਜ਼ਿਆਦਾ ਸਮਾਂ ਨਹੀਂ ਵਿਸਤਾਰ ਵਿੱਚ ਜਾਈਏ। ਗੁਰੂ ਅਮਰਦਾਸ ਜੀ ਨੇ ਜਦੋਂ ਬੌਲੀ ਸਾਹਿਬ ਦੀ ਰਚਨਾ ਕੀਤੀ ਹੈ ਤੇ ਬੌਲੀ ਸਾਹਿਬ ਦੀ ਸੇਵਾ ਮੁਕੰਮਲ ਹੋ ਗਈ ਤੇ ਜਦੋਂ ਮੂਰਤ ਕਰਨਾ ਸੀ ਤੇ ਸਤਿਗੁਰਾਂ ਦੇ ਪ੍ਰੇਮੀ ਸਿੱਖ ਭਾਈ ਪਾਰੋ ਜੀ ਪਰਮਹੰਸ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਬਹੁਤ ਵੱਡੀ ਕਰਨੀ ਦੇ ਮਾਲਕ ਹੋਏ। ਸਤਿਗੁਰੂ ਜੀ ਉਹਨਾਂ ਦੀ ਕਰਨੀ ਵੇਖ ਕੇ ਉਹਨਾਂ ਨੂੰ ਗੁਰਗੱਦੀ ਦੇਣ ਨੂੰ ਤਿਆਰ ਹੋ ਗਏ ਸਨ। ਪਰ ਉਹਨਾਂ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਮੈਨੂੰ ਸਿੱਖੀ ਦਾਨ ਦੇ ਵਿੱਚ ਹੀ ਰੱਖੋ। ਸਭ ਤੋਂ ਵੱਡੀ ਸਿੱਖੀ ਹੈ ਜੇ ਮੈਨੂੰ ਸਿੱਖੀ ਪ੍ਰਾਪਤ ਰਵੇ, ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਅਸੀਂ ਹੋਰ ਦੁਨੀਆ ਦੀਆਂ ਦੀਗਰੀਆਂ ਦਰਜੇ ਚੌਧਰਾਂ ਚਾਹੁੰਦੇ ਹਾਂ, ਪਰ ਗੁਰੂ ਨੇ ਸਭ ਤੋਂ ਵੱਡਾ ਸਾਨੂੰ ਦਰਜਾ ਸਿੱਖ ਦਾ ਦਿੱਤਾ ਹੈ। ਜਿਹੜਾ ਸਿੱਖ ਬਣ ਗਿਆ ਸਮਝੋ ਦੁਨੀਆ ਤੋਂ ਵੱਡੀ ਕੋਈ ਪਾਵਰ ਉਹਦੇ ਕੋਲ ਹੋਰ ਨਹੀਂ ਜੋ ਸਿੱਖੀ ਹੈ। ਇਸ ਪ੍ਰਕਾਰ ਗੁਰੂ ਅਮਰਦਾਸ ਜੀ ਨੇ ਮਹੂਰਤ ਕੀਤਾ। ਬੌਲੀ ਸਾਹਿਬ ਦਾ ਜਦੋਂ ਚੱਠ ਕੀਤੀ ਹੈ ਉਹ ਵਿਸਾਖੀ ਵਾਲਾ ਦਿਨ ਮੰਨਿਆ ਗਿਆ ਹੈ। ਅਫਸੋਸ ਹੈ ਅੱਜ ਸਕੂਲਾਂ ਦੇ ਵਿੱਚ ਜੋ ਬੱਚਿਆਂ ਨੂੰ ਜੋ ਪੁਸਤਕਾਂ ਲਾਈਆਂ ਜਾਂਦੀਆਂ ਹਨ, ਮਸ਼ੀਨਰੀ ਕਾਲਜ ਵਾਲੇ ਜਾਂ ਹੋਰ ਐਸੀਆਂ ਸੰਸਥਾ ਹਨ, ਉਹਨਾਂ ਨੇ ਚੌਥੇ ਪਾਤਸ਼ਾਹ ਵੇਲੇ ਤੋਂ ਜੋੜ ਮੇਲੇ ਸੰਬੰਧ ਦੱਸੇ ਹਨ, ਜੁੜੇ ਹੋਏ ਜੋੜ ਮੇਲੇ ਆਰੰਭ ਹੋਏ। ਪਰ ਗੁਰੂ ਅਮਰਦਾਸ ਜੀ ਨੇ ਸਿੱਖਾਂ ਦੇ ਕਹਿਣ 'ਤੇ ਸਭ ਤੋਂ ਪਹਿਲਾਂ ਗੁਰੂ ਘਰ ਵਿੱਚ ਜੋੜ ਮੇਲਾ ਜਿਹੜਾ ਹੈ ਇਹ ਵਿਸਾਖੀ ਦੇ ਦਿਨ ਤੋਂ ਆਰੰਭ ਕੀਤਾ। ਆਚਰਨ ਕਰੋ ਸ੍ਰੀ ਵਾਹਿਗੁਰੂ। ਅਤੇ ਸਿੱਖਾਂ ਨੇ ਕਿਹਾ ਮਹਾਰਾਜ ਆਪ ਦੀ ਕਿਰਪਾ ਹੋਵੇਗੀ, ਦੂਰ ਨੇੜੇ ਰਹਿਣ ਵਾਲੇ ਗੁਰੂ ਕੇ ਸਿੱਖ ਸੰਗਤਾਂ ਇਕੱਠੇ ਹੋਣਗੇ, ਆਪਸ ਵਿੱਚ ਵਿਚਾਰਾਂ ਕੀਤੀਆਂ ਜਾਣਗੀਆਂ, ਸੁਣੀਆਂ ਜਾਣਗੀਆਂ, ਗੁਰਮਤਿ ਦੀ ਸੂਝ ਹੋਵੇਗੀ, ਮੇਲ ਮਿਲਾਪ ਵਧੇਗਾ, ਪ੍ਰੇਮ ਹੋਵੇਗਾ। ਇਸ ਕਰਕੇ ਜੋੜ ਮੇਲਾ ਉਹ ਹੈ ਜਿਹੜਾ ਇੱਥੇ ਆ ਕੇ ਸੰਗਤ ਨਾਲ ਜੁੜ ਗਿਆ, ਗੁਰੂ ਕੇ ਨਾਲ ਜੁੜ ਗਿਆ, ਮਰਜ਼ਾਦਾ ਦੇ ਨਾਲ, ਗੁਰੂ ਕੀ ਸਿੱਖਿਆ ਦੇ ਨਾਲ ਇਸ ਦਿਨ ਤੋਂ ਆਰੰਭ ਹੋਇਆ। ਫਿਰ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਅੰਮ੍ਰਿਤਸਰ ਸਰੋਵਰ ਦੀ ਮਹਿਮਾ ਜਿਹੜੀ ਪ੍ਰਗਟ ਕਰਕੇ ਦੱਸੀ ਹੈ, ਜਿਸ ਦਿਨ ਅੱਜ ਵੀ ਕਈ ਟਿੱਪਣੀ ਕਰਦੇ ਹਨ, ਕਈ ਐਸੇ ਸ਼ਰਾਰਤੀ ਲੋਕ ਹਨ ਜਾਂ ਵਿਕੇ ਹੋਏ ਜਿਹੜੇ ਕਹਿ ਦਿੰਦੇ ਜੀ ਦੁੱਖ ਭੰਜਨੀ ਬੇਰੀ ਤੇ ਉਦੋਂ ਹੈ ਹੀ ਨਹੀਂ ਸੀ।
ਉਹ ਇੱਥੋਂ ਤੱਕ ਕਹਿ ਦਿੰਦੇ ਬੀਬੀ ਜਿਹੜੀ ਰਜਨੀ ਦਾ ਇੱਕ ਨਾਵਲ ਹੈ, ਇਹ ਨਾਟਕ ਹੈ, ਪਰ ਗੁਰੂ ਪਿਆਰੀ ਸਾਧ ਸੰਗਤ ਜਿਹੜਾ ਸਤਿਗੁਰਾਂ ਬਚਨ ਉਚਾਰਨ ਕੀਤਾ, ਦੁਖ ਭੰਜਨ ਤੇਰਾ ਨਾਮ ਜੀ, ਦੁਖ ਭੰਜਨ ਤੇਰਾ ਨਾਮ, ਇਹ ਉਸ ਵੇਲੇ ਸਤਿਗੁਰਾਂ ਉਚਾਰਨ ਕੀਤਾ। ਪੰਜਵੇਂ ਪਾਤਸ਼ਾਹ ਉਚਾਰਨ ਕਰੋ ਸ੍ਰੀ ਵਾਹਿਗੁਰੂ। ਜੇ ਸਾਨੂੰ ਬਾਣੀ ਦਾ ਪਤਾ ਨਹੀਂ ਤੇ ਅਸੀਂ ਉੱਤੇ ਦੋਸ਼ ਕੱਢਣ ਲੱਗ ਪੈਂਦੇ ਹਾਂ। ਉਸ ਵੇਲੇ ਬੀਬੀ ਰਜਨੀ ਜਿਹਦਾ ਰਾਜ ਕੌਰ ਵੀ ਨਾਂ ਇਤਿਹਾਸ ਵਿੱਚ ਆਇਆ ਹੈ, ਤੇ ਉਸ ਵੇਲੇ ਉਹਦੇ ਪਤੀ ਨਾਲ ਜੋ ਕੌਤਕ ਹੋਇਆ ਹੈ, ਇਹ ਅੱਜ ਦੇ ਲੋਕ ਇੱਥੋਂ ਤੱਕ ਜਿਹੜੇ ਦੋਸ਼ੀ ਲੋਕ ਕਹਿ ਦਿੰਦੇ ਜੀ ਉਸ ਵੇਲੇ ਕਾਂ ਚਿੱਟਿਆਂ ਤੋਂ ਕਾਲਿਆਂ ਤੋਂ ਚਿੱਟੇ ਹੋ ਗਏ, ਤੇ ਅੱਜ ਕਾਲਿਆਂ ਤੋਂ ਚਿੱਟੇ ਨਹੀਂ ਹੁੰਦੇ। ਉਹਨੂੰ ਕਹੋ ਭਾਈ ਤੂੰ ਕੋੜਾ ਬਣ ਤੇ ਫਿਰ ਗੁਰੂ ਰਾਮਦਾਸ ਦੇ ਘਰ ਨਾਲ ਗੱਲ ਕਰੀ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਐਵੇਂ ਗੁਰੂ ਘਰ 'ਤੇ ਦੋਸ਼ ਨਹੀਂ ਕੱਢਣਾ ਚਾਹੀਦਾ, ਤਰਕ ਨਹੀਂ ਕਰਨੀ ਚਾਹੀਦੀ, ਸਾਡੀ ਉਹਨੀ ਹਿੰਮਤ ਨਹੀਂ। ਸੋ ਕਹਿਣ ਦਾ ਭਾਵ ਇਹ ਵਿਸਾਖੀ ਵਾਲੇ ਦਿਨ ਇਹ ਕੌਤਕ ਹੋਇਆ ਹੈ ਜਦੋਂ ਬੀਬੀ ਰਜਨੀ 'ਤੇ ਉਹ ਕਿਰਪਾ ਹੋਈ ਹੈ। ਤੇ ਉਸ ਵੇਲੇ ਗੁਰੂ ਪਿਆਰੀ ਸਾਧ ਸੰਗਤ ਅੰਮ੍ਰਿਤਸਰ ਸਰੋਵਰ ਜਿਹੜਾ ਇਹਦਾ ਮਹਾਤਮ ਸਤਿਗੁਰਾਂ ਨੇ ਦੱਸਣਾ ਕੀਤਾ ਹੈ। ਸੋ ਇਸੇ ਪ੍ਰਕਾਰ ਜਦੋਂ 9ਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ, ਬਾਬੇ ਬਕਾਲੇ ਦੇ ਵਿੱਚ ਜਿਹੜਾ ਕਿ ਜੋੜ ਮੇਲਾ ਰੱਖੜ ਪੁੰਨਿਆਂ 'ਤੇ ਮਨਾਇਆ ਜਾਂਦਾ ਹੈ, ਪਰ ਇਹਦੇ ਹੋਰ ਕਈ ਸੰਬੰਧ ਅੱਗੇ ਪਿੱਛੇ ਹਨ। ਇਹ ਬਾਅਦ ਵਿੱਚ ਗੁਰਸਿੱਖਾਂ ਨੇ ਗੁਰਮਤਾ ਕਰਕੇ ਇਸ ਦਿਨ ਦਾ ਜਿਹੜਾ ਪੱਕਾ ਕੀਤਾ ਗਿਆ ਦਿਹਾੜਾ। ਤੇ ਜਦੋਂ ਭਾਈ ਮੱਖਣ ਸ਼ਾਹ ਲਬਾਣਾ ਆਇਆ ਹੈ ਤੇ ਸਤਿਗੁਰਾਂ ਨੂੰ ਉਹਨੇ ਪ੍ਰਗਟ ਕੀਤਾ, ਕੋਠੇ ਚੜ੍ਹ ਕੇ ਪੱਲਾ ਫੇਰਿਆ ਹੈ, ਉਸ ਦਿਨ ਵੀ ਇਹ ਦਿਨ ਵਿਸਾਖੀ ਵਾਲਾ ਦਿਹਾੜਾ ਸੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਫਿਰ 10ਵੇਂ ਪਾਤਸ਼ਾਹ ਜੀ ਨੇ ਜਦੋਂ 5 ਪਿਆਰੇ ਸਾਜੇ ਆਪ ਨੇ ਸਰਵਣ ਕੀਤਾ, ਇਹ ਵੀ ਵਿਸਾਖੀ ਵਾਲਾ ਦਿਨ। ਇਸ ਤੋਂ ਬਾਅਦ ਦੂਜਾ ਜਿਹੜਾ ਵਿਸਾਖੀ ਦਾ ਦਿਹਾੜਾ ਮਨਾਇਆ ਸਤਿਗੁਰਾਂ ਸ੍ਰੀ ਦਮਦਮੇ ਸਾਹਿਬ ਦੀ ਧਰਤੀ ਜੋ ਸਾਬੋ ਕੀ ਤਲਵੰਡੀ, ਉਸ ਵੇਲੇ ਗੁਰੂ ਕੀ ਸਾਧ ਸੰਗਤ 1,10,000 ਤੱਕ ਸ਼ਾਇਦ ਦੱਸਿਆ ਹੈ ਕਿ ਪ੍ਰਾਣੀਆਂ ਨੇ ਉਸ ਵਿਸਾਖੀ 'ਤੇ ਅੰਮ੍ਰਿਤ ਛਕਣਾ ਕੀਤਾ ਹੈ। ਇਹ ਕੁਝ ਸਾਲ ਬਾਅਦ ਉੱਥੇ ਸਤਿਗੁਰਾਂ ਨੇ ਵੱਡਾ ਭਾਰੀ ਜੋੜ ਮੇਲਾ ਕਰਕੇ ਸਿੱਖ ਸਜਾਏ ਹਨ। ਇਸ ਪ੍ਰਕਾਰ ਬਾਅਦ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਦਿਨ 'ਤੇ ਕੇਸਗੜ੍ਹ ਦੀ ਧਰਤੀ 'ਤੇ ਜਾ ਕਰਕੇ ਸਿੱਖਾਂ ਦੇ ਨਾਲ ਗੁਰਮਤਿ ਦੀਆਂ ਵਿਚਾਰਾਂ ਕੀਤੀਆਂ ਹਨ, ਕੋਈ ਫੈਸਲੇ ਤੈਅ ਕੀਤੇ ਹਨ। ਇਸ ਤੋਂ ਉਪਰੰਤ ਹੋਰ ਵੀ ਸਿੱਖਾਂ ਦੇ ਅਨੇਕਾਂ ਜੋੜ ਮੇਲੇ ਇਸ ਦਿਨ 'ਤੇ ਮਨਾਏ ਜਾਂਦੇ ਰਹੇ ਹਨ। ਸੋ ਗੁਰੂ ਪਿਆਰੀ ਸਾਧ ਸੰਗਤ ਇਤਿਹਾਸਕ ਤੌਰ 'ਤੇ ਬੜਾ ਵੱਡਾ ਜੋੜ ਮੇਲਾ ਜਿਹੜਾ ਹੈ, ਇਹ ਦਿਹਾੜਾ ਜਿਹੜਾ ਸੰਬੰਧ ਰੱਖਦਾ। ਗੁਰੂ ਕਿਰਪਾ ਕਰੇ, ਸਾਨੂੰ ਸੋਝੀ ਬਖਸ਼ੇ। ਸੋ ਆਓ ਜੋ ਇੱਥੇ 12 ਮਾਹਾਂ ਦੇ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਅੱਜ ਦੇ ਦਿਹਾੜੇ ਵਿੱਚ ਕਿਰਪਾ ਕੀਤੀ ਹੈ, ਅੱਗੇ ਉਸ ਦੇ ਨਾਲ ਜੁੜਨਾ ਕਰੀਏ। ਧੰਨੋ ਦੇਖੇ ਹਰ ਦੁਆਰ, ਆਵੋ ਦਇਆ ਕਰੇ। ਸਤਿਗੁਰੂ ਜੀ ਕਹਿੰਦੇ ਭਾਈ ਜਿਵੇਂ ਹੁਣ ਪਤੀ ਵਰਤਾ ਇਸਤਰੀ ਆਪਣੇ ਪਤੀ ਜਿਹੜਾ ਉਹਦਾ ਪ੍ਰਦੇਸ਼ ਵਿੱਚ ਗਿਆ ਹੋਇਆ ਹੈ ਕਮਾਈ ਕਰਨ ਵਾਸਤੇ, ਉਹਦੇ ਵਿਛੋੜੇ ਵਿੱਚ ਉਹਨੂੰ ਯਾਦ ਕਰਦੀ ਹੈ ਕਿ ਹੇ ਪਤੀ ਪਰਮੇਸ਼ਰ, ਤੂੰ ਘਰ ਵਿੱਚ ਆ, ਬਸੰਤ ਰੁੱਤ ਆਈ ਹੈ, ਬਾਗਾਂ ਵਿੱਚ ਫੁੱਲ ਖਿੜੇ ਹਨ ਤੇ ਸਾਡੇ ਘਰ ਵਿੱਚ ਉਜਾੜ ਬਣੀ ਹੋਈ ਹੈ। ਇਸੇ ਪ੍ਰਕਾਰ ਗੁਰੂ ਕੇ ਸਿੱਖ ਜਿਹੜੇ ਹਨ ਜਦੋਂ ਵੇਦਾਂ ਗ੍ਰੰਥਾਂ ਦੀ ਵਿਚਾਰ ਕਰਦੇ ਹਨ, ਗੁਰੂ ਕੀ ਬਾਣੀ ਦੀ ਵਿਚਾਰ ਕਰਦੇ ਹਨ, ਇਹ ਸ਼ਾਖਾਂ ਫੁੱਟਦੀਆਂ ਹਨ। ਧਰਮ ਦਾ ਰਸਤਾ ਜਿਹੜਾ ਇਹਦਾ ਵਿਕਾਸ ਹੁੰਦਾ ਹੈ, ਅੱਗੇ ਤਰੱਕੀ ਹੁੰਦੀ ਹੈ। ਫਿਰ ਇਹ ਗੁਰੂ ਕਾ ਸਿੱਖ ਜਿਹੜਾ ਫਰਿਆਦ ਕਰਦਾ ਹੈ, ਬੇਨਤੀ ਕਰਦਾ ਪਰਮੇਸ਼ਰ ਦੇ ਚਰਨਾਂ ਵਿੱਚ, ਮਹਾਰਾਜ ਮੇਰੇ ਹਿਰਦੇ ਘਰ ਵਿੱਚ ਆ ਕੇ ਵਾਸਾ ਕਰਨਾ ਕਰੋ। ਤੁਹਾਡੇ ਤੋਂ ਬਿਨਾਂ ਮੈਨੂੰ ਬਸੰਤ ਰੁੱਤ ਜਿਹੜੀ ਪਤਝੜ ਲੱਗਦੀ ਹੈ, ਕਿਰਪਾ ਕਰਕੇ ਮੇਰੇ ਘਰ ਵਿੱਚ ਆ ਕੇ ਵਸਣਾ ਕਰੋ। ਕਰਿਓ ਪਿਆਰੇ ਦੁੱਤਰ ਤਾਰੇ, ਤੁਧ ਬੇਨੋ ਅਡਨਾ ਮੋਲੋ। ਹੇ ਪਰਮੇਸ਼ਰ ਪਤੀ ਜੀਓ, ਕਿਰਪਾ ਕਰਕੇ ਮੇਰੇ ਘਰ ਵਿੱਚ ਆ ਕੇ ਵਸਣਾ ਕਰੋ, ਕਿਉਂਕਿ ਜਿਹੜਾ ਇਹ ਸੰਸਾਰ ਤੋਂ ਤਰਨਾ ਕਠਿਨ ਹੈ, ਤੇ ਤੁਹਾਡੇ ਤੋਂ ਬਿਨਾਂ ਮੇਰਾ ਅੱਧੀ ਕੌਡੀ ਵੀ ਮੁੱਲ ਨਹੀਂ। ਇਸੇ ਤਰ੍ਹਾਂ ਗੁਰੂ ਕੇ ਸਿੱਖ ਬੇਨਤੀ ਕਰਦੇ ਹਨ, ਕਿਉਂਕਿ ਦੁਨਿਆਵੀ ਅਤੇ ਪਰਮਾਰਥੀ ਦੋਵੇਂ ਹੀ ਇਹਦੇ ਅਰਥ ਬਣਦੇ ਹਨ। ਗੁਰੂ ਕੇ ਸਿੱਖ ਪਰਮਾਰਥ ਦੇ ਰਸਤੇ ਵਿੱਚ ਬੇਨਤੀ ਕਰਦੇ, ਪਰਮੇਸ਼ਰ ਕਿਰਪਾ ਕਰਕੇ ਮੇਰੇ ਘਰ ਵਿੱਚ ਆ ਕੇ ਵਸਣਾ ਕਰੋ। ਪਰਮੇਸ਼ਰ ਨੇ ਕਿਹਾ ਮੈਨੂੰ ਕਾਹਦੇ ਵਾਸਤੇ ਯਾਦ ਕਰਦਾ ਹੈ? ਤੇ ਗੁਰੂ ਕਾ ਸਿੱਖ ਕਹਿਣ ਲੱਗਾ, ਮਹਾਰਾਜ ਆਪ ਧੰਨ ਹੋ, ਤੁਹਾਡੇ ਤੋਂ ਬਿਨਾਂ ਅਸੀਂ ਕਿਸੇ ਗਿਣਤੀ ਵਿੱਚ ਨਹੀਂ। ਜਿਵੇਂ ਬਚਨ ਆਉਂਦਾ ਹੈ ਕਿ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਹੇ ਮਹਾਰਾਜ, ਤੁਹਾਡੇ ਤੋਂ ਬਿਨਾਂ ਮੈਨੂੰ ਕੌਣ ਜਾਣਦਾ ਹੈ? ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤੋ ਚੌ ਕੁੰਟ ਮਾਨੈ। ਚੌਹਾਂ ਕੁੰਟਾਂ ਵਿੱਚ ਉਹਦੀ ਮਸ਼ਹੂਰੀ ਹੋ ਜਾਂਦੀ ਹੈ, ਪਤਾ ਲੱਗ ਜਾਂਦਾ ਹੈ, ਇੱਜ਼ਤ ਹੋ ਜਾਂਦੀ ਹੈ, ਜਿਹਨੂੰ ਕੋਈ ਜਾਣਦਾ ਨਹੀਂ। ਤੇਰੀ ਕਿਰਪਾ ਕਰਕੇ ਤੁਹਾਡੇ ਤੋਂ ਬਿਨਾਂ ਅੱਡੀ ਕੌਡੀ ਮੇਰਾ ਮੁੱਲ ਨਹੀਂ। ਜਿਵੇਂ ਸਤਿਗੁਰਾਂ ਕਿਹਾ ਕਿ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਖੀਣਾ। ਕਿ ਜਦੋਂ ਪਰਮੇਸ਼ਰ ਗੋਬਿੰਦ ਦੇ ਨਾਲ ਜੁੜਨਾ ਕੀਤਾ, ਇਹ ਮਨ ਉਹਦੇ ਪ੍ਰੇਮ ਵਿੱਚ ਭਿੱਜ ਗਿਆ। ਤੇ ਜਿਹਨੂੰ ਅੱਧੀ ਦਮੜੀ ਦਾ ਸ਼ੀਬਾ ਕਹਿੰਦੇ ਸੀ ਲੋਕ,
ਅੱਜ ਉਹ ਲੱਖਾਂ ਕਰੋੜਾਂ ਦਾ ਹੋ ਗਿਆ ਪਰਮੇਸ਼ਰ ਦੀ ਕਿਰਪਾ ਕਰਕੇ। ਇਸ ਕਰਕੇ ਸਾਡੇ ਘਰ ਵਿੱਚ ਆ ਕੇ ਵਸਣਾ ਕਰੋ, ਹਿਰਦੇ ਵਿੱਚ ਵਾਸਾ ਕਰਨਾ ਕਰੋ। ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੇ ਢੋਲੋ। ਹੇ ਪਰਮੇਸ਼ਰ, ਜੇ ਤੂੰ ਕਿਰਪਾ ਕਰੇ ਸਾਡੀ ਕੀਤੀ ਹੋਈ ਕੋਈ ਸੇਵਾ, ਭਾਵਨਾ, ਬਾਣੀ, ਨਾਮ ਜਪਿਆ ਤੈਨੂੰ ਭਾ ਜਾਵੇ, ਚੰਗਾ ਲੱਗੇ, ਤਾਂ ਉਹਦੀ ਕੀਮਤ ਕੀ ਕਹੀਏ? ਉਹ ਅਮੁੱਲਕ ਚੀਜ਼ ਹੈ। ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ। ਉਹਦਾ ਕੋਈ ਮੁੱਲ ਨਹੀਂ ਦੇ ਸਕਦਾ। ਇਹਦੀ ਤੇਰੀ ਕਿਰਪਾ ਹੈ। ਇਹਦਾ ਇੱਕੋ ਹੀ ਮੁੱਲ ਮੰਨਿਆ ਜਾਂਦਾ ਕਿ ਆਪਣਾ ਮਨ ਦੇਣਾ ਪੈਂਦਾ ਹੈ। ਮਨ ਵਿੱਚ ਹੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਇਸ ਕਰਕੇ ਮਹਾਰਾਜ ਇਹਦਾ ਮੁੱਲ ਹੀ ਕੋਈ ਨਹੀਂ। ਜੇ ਤੈਨੂੰ ਭਾ ਜਾਵੇ ਕੀਤਾ ਹੋਇਆ ਕੰਮ, ਜੇ ਤਿਸ ਭਾਵੈ ਉਹੀ ਚੰਗਾ ਹੈ ਸਤਿਗੁਰੂ। ਕਿਉਂਕਿ ਤੀਰਥ ਨਹਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਹਾਏ ਕਰੀ। ਤੇ ਨਹੀਂ ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਭਾਈ ਭਾਵੇਂ 40 ਯੁੱਗ ਆਰਜਾ ਹੋ ਜਾਵੇ, ਸਾਰੀ ਦੁਨੀਆ ਦਾ ਮਾਣ ਸਤਿਕਾਰ ਕਰੇ, ਉਹਦੇ ਮਗਰ ਲੱਗੇ, ਉਹਦੇ ਹੁਕਮ ਨੂੰ ਮੰਨੇ, ਤੇ ਹੋਰ ਕਈ ਤਰ੍ਹਾਂ ਦੀ ਧਨ ਦੌਲਤ ਪ੍ਰਾਪਤ ਹੋ ਜਾਵੇ, ਪਰ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਬੜੀ ਮਾੜੀ ਹਾਲਤ ਹੋ ਜਾਂਦੀ ਹੈ, ਖਰਾਬ ਹੋਣਾ ਪੈਂਦਾ ਉਹਦੇ ਤੋਂ ਬਿਨਾਂ। ਇਸ ਕਰਕੇ ਮਹਾਰਾਜ ਤੈਨੂੰ ਕਿਰਪਾ ਕਰ। ਹੇ ਢੋਲੋ ਤੂੰ ਭਾ ਪ੍ਰੀਤਮ ਪਿਆਰੇ ਮੇਰੇ ਪਤੀ ਪਰਮੇਸ਼ਰ, ਇਸ ਘਰ ਵਿੱਚ ਆਉਣਾ ਕਰੋ। ਤੇਰੇ ਆਉਣ ਕਰਕੇ ਮੇਰੀ ਕੀਮਤ ਵੱਧ ਜਾਂਦੀ ਹੈ। ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਵਹਿਲ ਪਛਾਨਾ। ਸਤਿਗੁਰੂ ਜੀ ਕਹਿੰਦੇ ਹਨ ਕਿ ਪਰਮੇਸ਼ਰ ਨੇ ਕਿਹਾ ਕਿ ਮੈਨੂੰ ਕੀ ਸਮਝਦਾ ਹੈ, ਤੇ ਗੁਰੂ ਕਾ ਅੱਗੋਂ ਇਹ ਬਚਨ ਹੈ ਕਿ ਭਾਈ ਗੁਰੂ ਕਾ ਜਿਹੜਾ ਪ੍ਰੇਮੀ ਹੈ, ਜਗਿਆਸੂ ਹੈ, ਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਨੂੰ ਬੇਨਤੀ ਕਰਦਾ ਹੈ, ਮਹਾਰਾਜ ਤੈਨੂੰ ਦੂਰ ਨਹੀਂ ਸਮਝਦੇ, ਅਸੀਂ ਕੋਲ ਸਮਝਦੇ ਹਾਂ ਕਿ ਸਾਰੇ ਥਾਂ ਵਸ ਰਿਹਾ ਹੈ। ਪਰਮੇਸ਼ਰ ਨੇ ਕਿਹਾ ਜੇ ਮੈਂ ਤੇਰੇ ਕੋਲ ਵਸਦਾ ਹਾਂ ਤੇ ਮੈਨੂੰ ਫਿਰ ਦਰਸ਼ਨ ਦੇਣ ਦੀ ਕੀ ਲੋੜ ਹੈ। ਤੇ ਉਸ ਵੇਲੇ ਸਤਿਗੁਰਾਂ ਨੇ ਇਸ ਪ੍ਰਕਾਰ ਬੇਨਤੀ ਕੀਤੀ, ਸੇਵਕ ਰੂਪ ਵਿੱਚ ਸਾਨੂੰ ਜਾਚ ਦੱਸੀ ਹੈ। ਉਹ ਕਹਿਣ ਲੱਗੇ ਮਹਾਰਾਜ ਜਿਵੇਂ ਧੰਨੇ ਭਗਤ ਨੂੰ ਪ੍ਰਤੱਖ ਦਰਸ਼ਨ ਆਪ ਜੀ ਨੇ ਦਿੱਤੇ ਹਨ, ਇਸ ਪ੍ਰਕਾਰ ਸਤਿਗੁਰਾਂ ਇੱਥੇ ਬਚਨ ਕੀਤਾ ਹੈ। ਕਹਿਣ ਲੱਗੇ ਮਹਾਰਾਜ ਭਾਵੇਂ ਤੂੰ ਵਸਦਾ ਸਾਰੇ ਥਾਵਾਂ 'ਤੇ ਹੈ, ਕਿਉਂਕਿ ਜਿਵੇਂ ਧਰਤੀ 'ਤੇ ਆਕਾਸ਼ ਛਾਇਆ ਹੈ, ਛਾਇਆ ਹੋਇਆ ਹੈ, ਵਸਿਆ ਹੋਇਆ ਹੈ, ਇਸੇ ਤਰ੍ਹਾਂ ਹਰ ਥਾਂ ਤੇਰਾ ਵਾਸਾ ਹੈ। ਪਰ ਅਸੀਂ ਐਸੇ ਜੀਵ ਹਾਂ, ਇਸ ਕਰਕੇ ਕਿਰਪਾ ਕਰ, ਸਾਨੂੰ ਤਸੱਲੀ ਤਾਂ ਆਉਂਦੀ ਹੈ, ਸਾਨੂੰ ਪ੍ਰਤੱਖ ਦਰਸ਼ਨ ਦੇਣਾ ਕਰ ਅਤੇ ਸਾਡਾ ਮਨ ਮੰਨ ਜਾਵੇ ਅਤੇ ਸਾਰੀਆਂ ਖਾਸ਼ਾਂ ਪੂਰਨ ਹੋ ਜਾਣ। ਇਸ ਕਰਕੇ ਮਨ ਫਿਰ ਮੰਨਦਾ ਹੈ, ਤੇਰੀ ਪ੍ਰੀਤੀ ਦੇ ਵਿੱਚ ਜੁੜ ਜਾਵੇਗਾ। ਕਿਰਪਾ ਕਰਕੇ ਪ੍ਰਤੱਖ ਸਾਨੂੰ ਆਪਣੇ ਦਰਸ਼ਨ ਦਿਖਾਲਣਾ ਕਰੋ। ਨਾਨਕ ਵੈਸਾਖੀ ਪ੍ਰਭ ਪਾਵੇ, ਸੁਰਤ ਸ਼ਬਦ ਮਨ ਮਾਨਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਭਾਈ ਇਹ ਜਿਹੜਾ ਮਹੀਨਾ, ਇਹ ਸਮਾਂ ਹੈ, ਪਰਮੇਸ਼ਰ ਨੂੰ ਤਾਂ ਪਾਉਂਦਾ ਹੈ ਜਦੋਂ ਆਪਣੀ ਸੁਰਤੀ ਕਰਕੇ ਅਤੇ ਸੋਝੀ ਕਰਕੇ, ਗਿਆਨ ਕਰਕੇ ਉਹਨੂੰ ਯਾਦ ਕੀਤਾ ਜਾਵੇ। ਸਾਨੂੰ ਇਹ ਗਿਆਨ ਵੀ ਹੋਵੇ, ਸੋਝੀ ਵੀ ਹੋਵੇ ਕਿ ਜਿਹਦੇ ਨਾਲ ਪ੍ਰੇਮ ਕਰਦੇ ਹਾਂ ਉਹ ਕੌਣ ਹੈ, ਇਹਦੇ ਨਾਲ ਪ੍ਰੇਮ ਕੀਤਾ, ਉਹਦਾ ਨਾਮ ਜਪਿਆ, ਕੀ ਲਾਭ ਹੋਵੇਗਾ। ਅਤੇ ਜਦੋਂ ਐਸੀ ਬਿਰਤੀ ਕਰਕੇ ਸੁਰਤ ਸ਼ਬਦ ਦਾ ਅਭਿਆਸ ਹੋਵੇ, ਜਿਹਦਾ ਨਾਮ ਜਪਦੇ ਹਾਂ ਸੁਰਤ ਉਹਦੇ ਨਾਲ ਜੁੜੀ ਹੋਵੇ ਅਤੇ ਨਾਲ ਸ਼ਬਦ ਦਾ ਜਾਪ ਹੋਵੇ ਅਤੇ ਉਹਨੂੰ ਭਾ ਜਾਵੇ, ਫਿਰ ਉਹ ਅਸਲ ਉਹਦਾ ਪੂਰਾ ਰਸ, ਉਹਦਾ ਮਹਾਤਮ ਬਣਦਾ ਹੈ। ਨਹੀਂ ਤਾਂ ਜਿਵੇਂ ਸਤਿਗੁਰਾਂ 12 ਮਾਝ ਕਿਹਾ ਵਿੱਚ ਕਿਹਾ ਹੈ, ਵੈਸਾਖ ਧੀਰਨ ਕਿਉਂ ਵਾਂਢੀਆਂ, ਜਿਨ੍ਹਾਂ ਪ੍ਰੇਮ ਵਿਛੋ। ਆਮ ਅਸੀਂ ਨੂੰ ਵਾਢੀਆਂ ਪੜ੍ਹ ਜਾਂਦੇ ਹਾਂ, ਪਰ ਵਾਢੀਆਂ ਸ਼ਬਦ ਨਹੀਂ। ਗੁਰੂ ਪਿਆਰੀ ਸਾਧ ਸੰਗਤ, ਇਹ ਵੱਖਰੀ ਗੱਲ ਹੈ ਕਿ ਵਾਢੀਆਂ ਦਾ ਸਮਾਂ ਵਿਸਾਖ ਵਿੱਚ ਆ ਜਾਂਦਾ ਹੈ, ਪਰ ਬੇਨਤੀ ਇਹ ਹੈ ਕਿ ਵਾਂਢੀਆਂ, ਵਾਂਢਾ ਉਹਨੂੰ ਕਿਹਾ ਜਾਂਦਾ ਜਿਵੇਂ ਕੋਈ ਵਾਂਢੇ ਗਿਆ, ਕਹਿਣਾ ਵਿਛੜ ਗਿਆ, ਸਾਡੇ ਤੋਂ ਵੱਖਰਾ ਹੋ ਗਿਆ। ਇਸੇ ਤਰ੍ਹਾਂ ਜੋ ਪਰਮੇਸ਼ਰ ਤੋਂ ਵਿਛੜੀਆਂ ਹੋਈਆਂ ਰੂਹਾਂ, ਉਹਨਾਂ ਨੂੰ ਵਾਂਢੀਆਂ ਕਿਹਾ ਹੈ। ਵੈਸਾਖ ਧੀਰਨ ਕਿਉਂ ਵਾਂਢੀਆਂ, ਜਿਨ੍ਹਾਂ ਪ੍ਰੇਮ ਵਿਛੋ। ਇਸ ਮਹੀਨੇ ਵਿੱਚ ਉਹਨਾਂ ਨੂੰ ਧੀਰਜ ਨਹੀਂ ਆਉਂਦੀ ਮਹਾਰਾਜ, ਜਿਹੜੀਆਂ ਰੂਹਾਂ ਤੇਰੇ ਤੋਂ ਵਿਛੜੀਆਂ ਹੋਈਆਂ ਹਨ, ਤੇਰੇ ਪ੍ਰੇਮ ਦਾ ਜਿਨ੍ਹਾਂ ਨੂੰ ਵਿਛੋੜਾ ਲੱਗਾ ਹੋਇਆ ਹੈ। ਅਤੇ ਫਿਰ ਉੱਥੇ ਸਤਿਗੁਰੂ ਜੀ ਕਹਿੰਦੇ ਵੈਸਾਖ ਸੁਹਾਵਾ ਤਾਂ ਲੱਗੇ, ਜਾਂ ਸੰਤ ਭੇਟੇ ਹਰ ਸੋਏ। ਉਹ ਪਰਮੇਸ਼ਰ ਦੇ ਪਿਆਰੇ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੇਈ ਸੰਤ। ਜਿਹੜੇ ਹਰ ਵੇਲੇ ਪਰਮੇਸ਼ਰ ਨੂੰ ਯਾਦ ਕਰਦੇ, ਕੱਪੜਾ ਪਾਉਣ ਲੱਗਿਆਂ, ਖਾਣਾ ਖਾਣ ਲੱਗਿਆਂ, ਕੋਈ ਛਕਣ ਲੱਗਿਆਂ, ਕਦੀ ਉਹਨੂੰ ਭੁਲਾਉਂਦੇ ਨਹੀਂ, ਉਹਨਾਂ ਨੂੰ ਸੰਤ ਕਿਹਾ ਜਾਂਦਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ, ਜਦੋਂ ਐਸੇ ਰੱਬ ਦੇ ਪਿਆਰਿਆਂ ਦੀ ਸੰਗਤ ਮਿਲ ਜਾਵੇ ਅਤੇ ਕਿਰਪਾ ਹੋ ਜਾਂਦੀ, ਸ਼ੁਭ ਰਸਤਾ ਮਿਲ ਜਾਂਦਾ ਹੈ। ਸੋ ਇਸ ਕਰਕੇ ਤਾਂ ਹੀ ਉਹਦੇ ਚਰਨਾਂ ਵਿੱਚ ਬੇਨਤੀ ਕਰੀਦੀ ਹੈ, ਮਹਾਰਾਜ ਕਿਰਪਾ ਕਰੋ, ਜੋ ਦੀਸੇ ਗੁਰ ਸਿੱਖੜਾ, ਤਿਸ ਨਿਮ ਨਿਮ ਲਾਗਾਂ ਪਾਓ ਜੀਓ।
ਗੁਰੂ ਪਿਆਰੀ ਸਾਧ ਸੰਗਤ, ਇਹਦੇ ਨਾਲ ਹੀ ਅੱਜ ਦੀ ਵਿਚਾਰ ਦੀ ਇੱਥੇ ਸਮਾਪਤੀ ਹੈ। ਇੰਨੇ ਸਮੇਂ ਵਿੱਚ ਇੰਨਾ ਕੁਝ ਕਹਿੰਦਿਆਂ ਹੋਇਆਂ ਇਸ ਮੂਰਖ ਪਾਪੀ ਕੁਕਰ ਜੀਵ ਕੋਲੋਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ। ਗੁਰੂ ਕੀ ਸਾਧ ਸੰਗਤ ਮਹਾਂਪੁਰਖ ਸਤਿਗੁਰੂ ਬਖਸ਼ਣ ਯੋਗ ਹੋ ਔਗਣਾਂ ਨੂੰ ਨਾ ਚਿਤਾਰਨਾ, ਅੱਗੇ ਤੋਂ ਸੋਝੀ ਬਖਸ਼ਣੀ। ਪੜ੍ਹੀ ਸੁਣੀ ਬਾਣੀ ਜੋ ਸਤਿਗੁਰੂ ਜੀ ਪ੍ਰਮਾਣ ਕਰਨ, ਧਰਮ ਦਾ ਵਾਧਾ ਹੋਵੇ, ਜੋ ਧਰਮ ਦਾ ਵਾਧਾ ਹੋਵੇ, ਏਕਤਾ ਹੋਵੇ। ਸਤਿਗੁਰੂ ਜੀ ਸਭ ਦੀ ਹਾਜ਼ਰੀ ਮਨਜ਼ੂਰ ਕਰਨ, ਲੇਖੇ ਵਿੱਚ ਲਾਉਣ। ਗੁਰੂ ਪਿਆਰੀ ਸਾਧ ਸੰਗਤ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤਣ ਲੱਗੀ ਹੈ। ਦੇਗ ਪ੍ਰਾਪਤ ਕਰਨ ਤੋਂ ਬਾਅਦ ਪ੍ਰੇਮ ਸਹਿਤ ਗੁਰੂ ਕੇ ਲੰਗਰ ਵਿੱਚ ਹਾਜ਼ਰੀ ਲਵਾਉਣੀ, ਜੋ ਜਲ ਪਾਣੀ ਸੇਵਕਾਂ ਨੇ ਤਿਆਰ ਕੀਤਾ ਹੋਇਆ ਹੈ। ਜਿਨ੍ਹਾਂ ਗੁਰਮੁਖਾਂ ਪਿਆਰਿਆਂ ਬੇਅੰਤ ਮਾਇਆ ਹਾਜ਼ਰ ਕੀਤੀ। ਸਤਿਗੁਰੂ ਜੀ ਸਭ ਦੀ ਭੇਟਾ ਮਨਜ਼ੂਰ ਕਰਨ, ਦਰੋਂ ਕਰੋ ਗੁਰਸਿੱਖੀ ਜੀਵਨ। ਆਪਦੇ ਚਰਨਾਂ ਦਾ ਪ੍ਰੇਮ ਬਖਸ਼ਣਾ ਤੇ ਦਰੋਂ ਕਰੋ ਆਪਦੇ ਘਰੋਂ ਮਹਾਰਾਜ ਅੰਮ੍ਰਿਤ ਵੇਲੇ ਉੱਠਣ ਦੀ ਨਿਤਨੇਮ ਦੀ ਦਾਤ ਬਖਸ਼ਿਸ਼ ਕਰਨ। ਕਿਰਪਾ ਕਰਨ ਗੁਰੂ ਪਿਆਰੀ ਸਾਧ ਸੰਗਤ ਇੰਨੀਆਂ